ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗਰੀਬ ਨਵਾਜ ਪਰਮ ਸ਼ਕਤੀਮਾਨ ਸਰਬ ਕਲਾ ਸਮਰੱਥ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਇਹ ਸਤ ਸੰਗਤ ਦਾ ਵਡਭਾਗੀ ਸਮਾਂ ਆਪਾਂ ਨੂੰ ਨਸੀਬ ਹੋਇਆ ਹੈ। ਸੋ ਆਓ, ਜੋ ਮਾਝ ਕੀ ਵਾਰ ਦੀ ਲੜੀਵਾਰ ਕਥਾ ਵਿਚਾਰ ਹੈ, ਉਹਦੇ ਨਾਲ ਸਾਂਝ ਪਾਈਏ ਜੀ। ਆਪ ਜੀ ਕਰੋ ਕਿਰਪਾ, ਫਤਿਹ ਜੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਪੌੜੀ ਹੈ, ਇਹ ਗੁਰੂ ਨਾਨਕ ਦੇਵ ਪਿਤਾ ਜੀ ਦੀ ਉਚਾਰਨ ਕੀਤੀ ਹੋਈ ਹੈ। 7ਵੀਂ ਪੌੜੀ ਹੈ ਮਾਝ ਕੀ ਵਾਰ ਦੀ, ਤੇ ਸ਼ਲੋਕ ਵੀ ਇਹਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੀ ਨੇ। ਤਾਂ ਸਤਿਗੁਰੂ ਜੀ ਨੇ ਜਿਹੜੇ ਅੱਜ ਸ਼ਬਦ ਉਚਾਰਨ ਕੀਤੇ ਆ ਨਾ, ਅੱਜ ਧਰਮ ਦੇ ਨਾਮ ਤੇ ਜਿਹੜੇ ਲੋਕ ਕਰਮ ਕਰਦੇ ਆ, ਤੇ ਉਹਨਾਂ ਕਰਮਾਂ ਵਿੱਚੋਂ ਜਦੋਂ ਸੱਚਾਈ ਨੂੰ, ਧਰਮ ਨੂੰ ਪਾਸੇ ਕਰ ਦਿੰਦੇ ਆ, ਤੇ ਫੋਕਾ ਕਰਮ ਕਾਂਡ ਰਹਿ ਜਾਂਦਾ ਹੈ। ਉਸ ਕਰਮ ਕਾਂਡ ਨੂੰ ਮਹਾਰਾਜ ਜੀ ਨੇ ਪ੍ਰਵਾਨ ਨਹੀਂ ਕੀਤਾ। ਭਾਵੇਂ ਉਹ ਪੰਡਤ ਹੋਵੇ, ਭਾਵੇਂ ਕਾਜੀ ਹੋਵੇ, ਭਾਵੇਂ ਕਿਸੇ ਵੀ ਧਰਮ ਦਾ ਕੋਈ ਵੀ ਇਨਸਾਨ ਹੋਵੇ, ਸਤਿਗੁਰੂ ਜੀ ਨੇ ਕਰਮ ਕਾਂਡ ਨੂੰ ਪ੍ਰਵਾਨ ਨਹੀਂ ਕੀਤਾ ਜਿਹਦੇ ਵਿੱਚ ਸੱਚ ਨਹੀਂ ਹੈ। ਤੇ ਸੱਚ ਕੀ ਹੈ? ਵਾਹਿਗੁਰੂ ਪਰਮੇਸ਼ਵਰ ਖੁਦ ਜੋ ਗੁਣਾਂ ਦਾ ਮਾਲਕ ਹੈ, ਤੇ ਉਹਨੂੰ ਮਿਲਣ ਦਾ ਵੀ ਤਰੀਕਾ ਹੈ। ਉਹਦੇ ਵਰਗੇ ਗੁਣ ਧਾਰਨ ਕਰਕੇ ਹੀ ਜੀਵਨ ਵਿੱਚ ਉਹਨੂੰ ਮਿਲਿਆ ਜਾ ਸਕਦਾ ਹੈ। ਤਾਂ ਸਤਿਗੁਰੂ ਜੀ ਨੇ ਅੱਜ ਕਾਜ਼ੀਆਂ ਨੂੰ, ਜੋ ਮਲਾਣੇ ਨੇ, ਮੁਸਲਿਮ ਲੋਕ ਨੇ, ਉਸ ਸਮੇਂ ਉਹਨਾਂ ਦੇ ਸਾਹਮਣੇ ਬੈਠ ਕੇ ਮਹਾਰਾਜ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਹੈ। ਤੇ ਅੱਜ ਸਤਿਗੁਰੂ ਜੀ ਦੇ ਕੋਲ ਕੁਝ ਮੁਸਲਮਾਨ ਵੀਰ ਆਏ ਤੇ ਕਹਿਣ ਲੱਗੇ, ਮਹਾਰਾਜ ਤੁਹਾਡੇ ਬਾਰੇ ਬਹੁਤ ਸੁਣਿਆ ਹੈ, ਤੁਹਾਡੀ ਵਡਿਆਈ ਬੜੀ ਸੁਣੀ ਹੈ ਕਿ ਤੁਸੀਂ ਖੁਦਾ ਦਾ ਰੂਪ ਹੋ, ਤੇ ਸਾਨੂੰ ਵੀ ਕੋਈ ਧਰਮ ਦੀ ਪ੍ਰਾਪਤੀ ਦੀ ਜੁਗਤੀ ਦੱਸ ਦਿਓ।
ਅਸੀਂ ਧਰਮ ਨੂੰ ਪ੍ਰਾਪਤ ਕਰ ਸਕੀਏ। ਅਸੀਂ ਵੀ ਕਰਮ ਬਹੁਤ ਕਰਦੇ ਹਾਂ। ਅਸੀਂ ਮਸੀਤ ਵਿੱਚ ਵੀ ਜਾਂਦੇ ਹਾਂ। ਅਸੀਂ ਮੁਸੱਲਾ ਵਿਛਾ ਕੇ, ਮੁਸੱਲਾ ਕਹਿੰਦੇ ਆ ਥੱਲੇ ਚਟਾਈ ਵਿਛਾ ਕੇ ਨਮਾਜ਼ ਪੜ੍ਹਦੇ ਹਾਂ। ਕੁਰਾਨ ਦੀ ਤਬਾਲਤ, ਕੁਰਾਨ ਪੜ੍ਹਦੇ ਹਾਂ, ਤਲਾਵਤ ਕਰਦੇ ਹਾਂ, ਕੁਰਾਨ ਨੂੰ ਪੜ੍ਹਦੇ ਹਾਂ। ਉਹਦੀਆਂ ਕਲਮਾਂ ਅਸੀਂ ਪੜ੍ਹੀ ਦੀਆਂ, ਰੋਜ਼ ਪੜ੍ਹਦੇ ਹਾਂ ਉਸ ਨੂੰ। ਅਤੇ ਸਤਿਗੁਰੂ ਜੀ ਕਹਿਣ ਲੱਗੇ, ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਮੁਸਲਮਾਨ ਵੀਰ ਕਹਿਣ ਲੱਗੇ, ਕਹਿੰਦੇ ਮਹਾਰਾਜ ਅਸੀਂ ਰੋਜ਼ੇ ਵੀ ਰੱਖਦੇ ਹਾਂ, ਅਸੀਂ ਕਾਬੇ ਵੀ ਜਾਂਦੇ ਹਾਂ, ਨਵਾਜ਼ਾਂ ਵੀ ਅਦਾ ਕਰਦੇ ਹਾਂ, ਪਰ ਸਾਡੇ ਜੀਵਨ ਦੇ ਵਿੱਚ ਕੋਈ ਤਰੱਕੀ ਨਹੀਂ ਹੋ ਰਹੀ। ਰੋਜ਼ ਕ੍ਰੋਧ, ਵੈਰ ਭਾਵਨਾ ਵੱਧ ਰਹੀ ਹੈ। ਇਹ ਕੀ ਕਾਰਨ ਹੈ? ਤਾਂ ਸਤਿਗੁਰੂ ਜੀ ਨੇ ਕਿਹਾ, ਭਲਿਓ ਜਿਹੜੇ ਧਰਮ ਦੇ ਅਸਥਾਨ ਹੁੰਦੇ ਆ ਨਾ, ਇਹ ਤਾਂ ਬਣਾਏ ਜਾਂਦੇ ਆ ਕਿ ਬੰਦਾ ਕੋਈ ਨਾ ਕੋਈ ਗੁਣ ਸਿੱਖ ਸਕੇ, ਪਰਮੇਸ਼ਵਰ ਰੱਬੀ ਪਿਆਰ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਸਕੇ। ਅਤੇ ਜਦੋਂ ਉਹਨਾਂ ਗੁਣਾਂ ਨੂੰ ਆਪਣੇ ਜੀਵਨ 'ਚੋਂ ਵੱਖ ਕਰ ਦਿੰਦਾ ਹੈ ਅਤੇ ਫਿਰ ਇਨਸਾਨ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਤਾਂ ਸਤਿਗੁਰੂ ਜੀ ਨੇ ਅੱਜ ਉਹਨਾਂ ਨੂੰ ਮਸੀਤ ਬਾਰੇ ਦੱਸਿਆ ਕਿ ਮਸੀਤ ਤੋਂ ਕੀ ਉਪਦੇਸ਼ ਲੈਣਾ ਹੈ, ਤੁਹਾਡਾ ਮੁਸੱਲਾ ਕਿਵੇਂ ਦਾ ਹੋਣਾ ਚਾਹੀਦਾ ਹੈ, ਕੁਰਾਨ ਨੂੰ ਤੁਸੀਂ ਕਿਵੇਂ ਪੜ੍ਹਨਾ ਹੈ। ਇਹ ਸਾਰੇ ਗੁਣ ਦੱਸੇ ਮਹਾਰਾਜ ਜੀ ਨੇ। ਅਤੇ ਉਹ ਗੁਣ ਜਿਹੜਾ ਇਨਸਾਨ ਵੀ ਧਾਰਨ ਕਰੇਗਾ ਉਹਦਾ ਭਲਾ ਹੋਏਗਾ। ਕਿਉਂਕਿ ਸਭ ਗੁਣ ਤੇਰੇ, ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ। ਗੁਣ ਸਾਰੇ ਹੀ ਰੱਬ ਦੇ ਨੇ। ਤਾਂ ਸਤਿਗੁਰੂ ਜੀ ਇੱਥੇ ਕਹਿਣ ਲੱਗੇ, ਸ਼ਲੋਕ ਮਹੱਲਾ ਪਹਿਲਾ। ਇਹ ਗੁਰੂ ਨਾਨਕ ਦੇਵ ਪਿਤਾ ਜੀ ਦੇ ਬੋਲ ਨੇ। ਮਿਹਰ ਮਸੀਤ। ਸਾਹਿਬ ਜੀ ਕਹਿਣ ਲੱਗੇ ਜਿਹੜੀ ਮਸੀਤ ਹੈ ਨਾ, ਜਿੱਥੇ ਬਹਿ ਕੇ ਤੁਸੀਂ ਨਵਾਜ਼ਾਂ ਪੜ੍ਹਦੇ ਹੋ, ਜਿਵੇਂ ਆਪਾਂ ਕਹਿ ਲਈਏ ਗੁਰਦੁਆਰਾ ਜਾਂ ਮੰਦਰ ਜਾਂ ਚਰਚ, ਹਰੇਕ ਧਾਰਮਿਕ ਸਥਾਨ ਦੀ ਇੱਕ ਬਿਲਡਿੰਗ ਹੁੰਦੀ ਹੈ ਨਾ, ਉਹਦਾ ਨਾਮ ਰੱਖਿਆ ਜਾਂਦਾ ਹੈ। ਕੋਈ ਉਹਨੂੰ ਗੁਰਦੁਆਰਾ ਕਹਿੰਦਾ ਹੈ, ਕੋਈ ਉਹਨੂੰ ਮੰਦਰ ਕਹਿੰਦਾ ਹੈ, ਕੋਈ ਉਹਨੂੰ ਮਸਜਿਦ ਕਹਿੰਦਾ ਹੈ, ਮਸੀਤ ਕਹਿੰਦਾ ਹੈ, ਕੋਈ ਚਰਚ ਕਹਿੰਦਾ ਹੈ। ਤਾਂ ਮਹਾਰਾਜ ਕਹਿਣ ਲੱਗੇ, ਜਦੋਂ ਤੂੰ ਮਸੀਤ ਨੂੰ ਵੇਖੇ, ਗੁਰਦੁਆਰੇ ਨੂੰ ਵੇਖੇ, ਤੇ ਇਹ ਅੰਦਰ ਭਾਵਨਾ ਧਰਿਆ ਕਰ ਕਿ ਮੇਰੇ ਤੇ ਰੱਬ ਦੀ ਮਿਹਰ ਹੋਵੇ, ਮੈਂ ਮਿਹਰ ਦੀ ਮਸੀਤ ਬਣਾਵਾਂ, ਮੈਂ ਆਪਣਾ ਜੀਵਨ ਗੁਰੂ ਦੇ ਆਸਰੇ ਤੇ ਜੀਵਾਂ, ਰੱਬ ਦੇ ਆਸਰੇ ਤੇ ਜੀਵਾਂ, ਕਿ ਉਹ ਮੇਰੇ ਤੇ ਮਿਹਰ ਕਰੇ, ਇਹ ਮੇਰੀ ਮਸੀਤ ਬਣ ਜਗੀ। ਸਾਹਿਬ ਜੀ ਕਹਿੰਦੇ ਮਿਹਰ ਮਸੀਤ। ਮਸੀਤ ਦਾ ਮਤਲਬ ਜਿਹੜਾ ਜਿੱਥੇ ਬਹਿ ਕੇ ਧਰਮ ਦੀ ਕੋਈ ਸਿੱਖਿਆ, ਧਰਮ ਦੀ, ਵੇਖੋ ਜੇ ਗੁਰਦੁਆਰਾ ਹੋਏਗਾ ਤੇ ਉੱਥੋਂ ਗਿਆਨ ਦਿੱਤਾ ਜਾਏਗਾ, ਅੱਗੇ ਧਰਮ ਚੱਲੇਗਾ, ਅੱਗੇ ਸਾਰੀ ਅਗਾਂ ਕਲਾ ਤਾਂ ਵਰਤੇਗੀ ਨਾ ਜੇ ਧਰਮ ਦਾ ਸਥਾਨ ਹੋਏਗਾ। ਜੇ ਧਰਮ ਦਾ ਸਥਾਨ ਹੋਏਗਾ ਤੇ ਤਾਂ ਹੀ ਧਰਮ ਉੱਥੋਂ ਤਰੱਕੀ ਕਰੇਗਾ। ਜੇ ਧਰਮ ਦਾ ਸਥਾਨ ਹੀ ਨਾ ਹੋਵੇ ਤੇ ਫਿਰ ਉੱਥੇ ਕਿੱਥੇ ਬਾਣੀ ਪੜ੍ਹੀ ਜਾਏਗੀ, ਕਿੱਥੇ ਸੇਵਾ ਕੀਤੀ ਜਾਏਗੀ। ਜੇ ਮੰਨ ਲਓ ਮਸੀਤ ਹੀ ਨਾ ਹੋਵੇ ਉਹਨਾਂ ਦੀ, ਤੇ ਕਿੱਥੇ ਉਹ ਨਵਾਜ਼ ਪੜ੍ਹਨਗੇ, ਕਿੱਥੇ ਉਹ ਜਾ ਕੇ ਮੱਥੇ ਟੇਕਣਗੇ। ਉਹ ਸਥਾਨ ਤਾਂ ਚਾਹੀਦਾ ਹੈ ਨਾ, ਜਿਹੜਾ ਧਰਮ ਦਾ ਸਥਾਨ ਚਾਹੀਦਾ ਹੈ। ਉਹਦੇ ਤੋਂ ਬਾਅਦ ਅੱਗੇ ਧਰਮ ਦਾ ਗਿਆਨ, ਧਰਮ ਦੀ ਮਰਿਆਦਾ ਉੱਥੋਂ ਨਿਕਲਦੀ ਹੈ ਲੋਕਾਂ ਦੇ ਵਿੱਚ। ਉੱਥੋਂ ਫਿਰ ਧਰਮ ਦਾ ਪ੍ਰਚਾਰ ਪ੍ਰਸਾਰ ਹੁੰਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤੇਰੇ ਜੀਵਨ 'ਚ ਰੱਬ ਦੀ ਮਿਹਰ ਹੋਣੀ ਚਾਹੀਦੀ, ਤੈਨੂੰ ਵਾਹਿਗੁਰੂ ਦੀ ਮਿਹਰ 'ਤੇ ਯਕੀਨ ਹੋਣਾ ਚਾਹੀਦਾ ਹੈ, ਤਾਂ ਤੇਰੇ ਜੀਵਨ ਵਿੱਚ ਧਰਮ ਆਉਣਾ, ਨਹੀਂ ਤੇ ਧਰਮ ਕੋਈ ਨਹੀਂ ਆਉਣਾ। ਮਿਹਰ ਮਸੀਤ, ਰੱਬ ਦੀ ਮਿਹਰ ਨੂੰ ਮਸੀਤ ਬਣਾ। ਤੇ ਸਾਹਿਬ ਜੀ ਕਹਿੰਦੇ ਸਿੱਦਕ ਮੁਸੱਲਾ, ਜਿਹੜਾ ਮੁਸੱਲਾ ਹੁੰਦਾ ਜਿੰਦੇ ਨੂੰ ਉਹ ਥੱਲੇ ਵਿਛਾ ਕੇ ਨਾ, ਚਟਾਈ ਇੱਕ ਕੱਪੜਾ ਵਿਛਾ ਕੇ ਤੇ ਨਮਾਜ਼ ਅਦਾ ਕਰਦੇ, ਨਮਾਜ਼ ਪੜ੍ਹਦੇ ਜਾਂ ਕੁਰਾਨ ਪੜ੍ਹਦੇ ਆ,
ਉਹਨੂੰ ਮੁਸੱਲਾ ਕਹਿੰਦੇ ਆ। ਸਾਹਿਬ ਜੀ ਕਹਿਣ ਲੱਗੇ ਜਿਵੇਂ ਤੂੰ ਇਹ ਯਕੀਨ ਬਣਾਇਆ ਹੈ ਕਿ ਮੁਸੱਲੇ ਤੋਂ ਬਗੈਰ ਅਸੀਂ ਨਮਾਜ਼ ਨਹੀਂ ਪੜ੍ਹ ਸਕਦੇ, ਰੱਬ ਦੀ ਰਹਿਮਤ ਨਹੀਂ ਹੁੰਦੀ। ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਤੂੰ ਆਪਣੇ ਜੀਵਨ 'ਚ ਸਿਦਕ ਲੈ ਕੇ ਆ ਕਿ ਸਿਦਕ ਤੋਂ ਬਗੈਰ ਵੀ ਰੱਬ ਦੀ ਪ੍ਰਾਪਤੀ ਨਹੀਂ, ਰਹਿਮਤ ਨਹੀਂ ਹੋ ਸਕਦੀ। ਰੱਬ ਦੀ ਰਹਿਮਤ ਸਿਦਕ ਵਾਲਿਆਂ ਨੂੰ ਹੁੰਦੀ ਹੈ। ਸਿਦਕ ਦਾ ਮਤਲਬ ਭਰੋਸਾ, ਵਾਹਿਗੁਰੂ ਤੇ ਭਰੋਸਾ ਕਰਨਾ। ਇਹੀ ਤੂੰ ਚਟਾਈ ਵਿਛਾ ਕਿ ਵਾਹਿਗੁਰੂ ਪਰਮੇਸ਼ਵਰ ਤੇ ਭਰੋਸਾ ਰੱਖਣਾ ਹੈ, ਇਹ ਗੁਣ ਲੈ ਕੇ ਆ। ਤੇ ਸਾਹਿਬ ਜੀ ਕਹਿੰਦੇ ਹੱਕ ਹਲਾਲ ਕੁਰਾਨ। ਹੱਕ ਹਲਾਲ, ਹਲਾਲ ਕਹਿੰਦੇ ਜਾਇਜ਼, ਜਾਇਜ਼ ਚੀਜ਼। ਇੱਕ ਹੁੰਦੀ ਨਜਾਇਜ਼, ਜਿਹੜੀ ਚੀਜ਼ ਹੱਕ ਦੀ ਨਾ ਹੋਵੇ ਉਹਨੂੰ ਕਹਿੰਦੇ ਨਜਾਇਜ਼, ਹੱਕ ਦੀ ਨੂੰ ਕਹਿੰਦੇ ਹਲਾਲ, ਜਾਇਜ਼। ਮਹਾਰਾਜ ਕਹਿਣ ਲੱਗੇ ਤੂੰ ਹੱਕ ਹਲਾਲ, ਜਿਹੜਾ ਹੱਕ ਦਾ ਹਲਾਲ ਹੈ ਨਾ, ਜਿਹੜੀ ਤੇਰੀ ਸੱਚ ਦੀ ਕਮਾਈ ਹੈ, ਸੱਚੇ ਕਰਮ ਕਰਨੇ ਆ, ਇਹਨੂੰ ਤੂੰ ਕੁਰਾਨ ਬਣਾ। ਜਿਵੇਂ ਕੁਰਾਨ ਨੂੰ ਤੂੰ ਮੰਨਦਾ ਹੈ ਨਾ, ਪਵਿੱਤਰ ਹੁੰਦੀ ਹੈ, ਇਹਨੂੰ ਪੜ੍ਹਿਆ ਮੁਕਤੀ ਹੁੰਦੀ ਹੈ। ਜਿਵੇਂ ਅਸੀਂ ਮੰਨਦੇ ਹਾਂ ਕਿ ਗੁਰਬਾਣੀ ਨੂੰ ਪੜ੍ਹਿਆ ਮੁਕਤੀ ਹੁੰਦੀ ਹੈ, ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ ਮੁਕਤੀ ਹੁੰਦੀ ਹੈ, ਮਿਹਰ ਹੁੰਦੀ ਹੈ। ਮਹਾਰਾਜ ਕਹਿੰਦੇ ਸੱਚੇ ਕਰਮ ਕਰਨੇ ਹੀ ਕੁਰਾਨ ਪੜ੍ਹਨੀ ਹੈ। ਆਖੋ ਸਤਿਨਾਮ ਸ਼੍ਰੀ। ਉਹ ਧਾਰਮਿਕ ਗ੍ਰੰਥਾਂ ਤੋਂ ਉਪਦੇਸ਼ ਲੈ ਕੇ, ਗੁਰਬਾਣੀ ਤੋਂ, ਧਾਰਮਿਕ ਗ੍ਰੰਥਾਂ ਤੋਂ ਉਪਦੇਸ਼ ਲੈ ਕੇ ਸੱਚ ਨੂੰ ਕਮਾਉਣਾ ਕੀ ਹੈ? ਹੱਕ ਹਲਾਲ ਕੁਰਾਨ। ਇਹੀ ਅਸਲ ਵਿੱਚ ਕੁਰਾਨ ਹੈ। ਇਹੀ ਗੁਰਬਾਣੀ ਨੂੰ ਜਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ ਫਲ ਹੈ ਕਿ ਹੱਕ ਸੱਚ ਦੀ ਕਮਾਈ ਕਰਨੀ, ਭਾਵ ਚੰਗੇ ਕੰਮ ਕਰਨੇ, ਸ਼ੁਭ ਗੁਣ ਜੀਵਨ ਵਿੱਚ ਧਾਰਨ ਕਰਨੇ। ਤੇ ਗੁਰੂ ਜੀ ਕਹਿਣ ਲੱਗੇ ਸ਼ਰਮ ਸੁੰਨਤ। ਹੁਣ ਮੁਸਲਮਾਨ ਸੁੰਨਤ ਕਰਦੇ ਆ। ਉਹਨਾਂ ਦੇ ਸੁੰਨਤ ਕਰਨ ਦਾ ਤਰੀਕਾ ਕੀ ਹੈ? ਉਹਨਾਂ ਦੇ ਸੁੰਨਤ ਕਰਨ ਦਾ ਤਰੀਕਾ ਹੈ ਕਿ ਉਹ ਗੁਪਤ ਇੰਦਰੀ ਤੋਂ ਥੋੜ੍ਹਾ ਜਿਹਾ ਮਾਸ ਕੱਟ ਕੇ ਕਹਿੰਦੇ ਆ ਕਿ ਸੁੰਨਤ ਹੋ ਗਈ। ਤੇ ਗੁਰੂ ਕੇ ਪਿਆਰਿਓ ਸੁੰਨਤ ਕਰਦੇ ਆ। ਮਹਾਰਾਜ ਕਹਿਣ ਲੱਗੇ ਜੀਵਨ ਦੇ ਵਿੱਚ ਸ਼ਰਮ ਲੈ ਕੇ ਆ। ਮਾੜੇ ਕੰਮ ਕਰਨ ਤੋਂ ਪਹਿਲਾਂ ਸੰਕੋਚਿਆ ਕਰ, ਸ਼ਰਮ ਕਰਿਆ ਕਰ ਕਿ ਮੈਂ ਮਾੜਾ ਬੋਲਣਾ ਨਹੀਂ, ਮੈਂ ਮਾੜਾ ਵੇਖਣਾ ਨਹੀਂ, ਮੈਂ ਵਿਭਚਾਰ ਨਹੀਂ ਭੋਗਣੇ। ਇਹ ਸ਼ਰਮ ਰੱਖਿਆ ਕਰ ਕਿ ਰੱਬ ਤੈਨੂੰ ਵੇਖਦਾ ਪਿਆ ਹੈ। ਸ਼ਰਮ ਸੁੰਨਤ ਜਿਹੜੀ ਤੂੰ ਬਾਹਰੋਂ ਸੁੰਨਤ ਕਰਦਾ ਹੈ ਨਾ, ਇਹਦੀ ਥਾਂ ਤੇ ਮਹਾਰਾਜ ਕਹਿੰਦੇ ਸ਼ਰਮ ਲੈ ਕੇ ਆ। ਜੀਵਨ ਵਿੱਚ ਸ਼ਰਮ ਕਰਿਆ ਕਰ। ਜਿਵੇਂ ਕੋਈ ਬੰਦਾ ਭੈੜੇ ਕੰਮ ਕਰਦਾ ਤੇ ਆਪਾਂ ਕਹਿੰਦੇ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ। ਸ਼ਰਮ ਦਾ ਮਤਲਬ ਲੱਜਿਆ ਹੋਣੀ, ਉਸ ਕੰਮ ਤੋਂ ਘਿਰਣਾ ਕਰਨੀ। ਜਿਹੜਾ ਕੰਮ ਮਾੜਾ ਹੈ ਉਹਨੂੰ ਉਹਦੇ ਤੋਂ ਸ਼ਰਮ ਕਰਾਂਗੇ ਤੇ ਉਹ ਆਪੇ ਹੀ ਕੰਮ ਰੁਕ ਜਾਂਦਾ ਹੈ। ਪਰ ਇਨਸਾਨ ਨੇ ਅੱਜ ਉਲਟਾ ਕਰ ਲਿਆ। ਕੀ ਕੀਤਾ ਹੈ? ਮਾੜੇ ਕੰਮਾਂ ਨੂੰ ਬੜੇ ਟੌਰ ਨਾਲ ਕਰਦਾ ਹੈ, ਫਕਰ ਨਾਲ ਕਰਦਾ ਹੈ, ਉਹਦੇ ਤੇ ਪ੍ਰਾਊਡ ਫੀਲ ਕਰਦਾ ਹੈ। ਮਾੜੇ ਗਾਣੇ ਗਾ ਕੇ, ਮੰਦੇ ਨਾਚ ਕਰਕੇ, ਮਾੜੇ ਕੰਮ ਕਰਕੇ ਵੀਡੀਓ ਬਣਾ ਲੋਕਾਂ ਨੂੰ ਵਿਖਾਉਂਦਾ ਹੈ ਕਿ ਮੈਂ ਅੱਜ ਆਹ ਕੀਤਾ ਹੈ। ਮੰਦੇ ਕੰਮਾਂ 'ਚ ਅੱਜ ਲੋਕਾਂ ਨੇ ਨਾ ਆਪਣੀ ਟੌਰ ਮਹਿਸੂਸ ਕਰ ਲਈ, ਫਕਰ ਮਹਿਸੂਸ ਕਰਦੇ ਆ। ਕਹਿੰਦੇ ਸਾਡੀ ਅਣਖੀ ਤਾਂ ਬਣਦੀ ਹੈ ਜੇ ਹਜ਼ਾਰ ਦੇ ਨੋਟ ਸੱਟੇ ਜਾਣ, ਆਹ ਕੀਤਾ ਜਾਏ। ਅੱਜ ਲੋਕਾਂ ਨੇ ਮਾੜੇ ਕੰਮਾਂ ਦੇ ਵਿੱਚ ਫਕਰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ, ਇੱਜ਼ਤ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ। ਤੇ ਜਿਹੜੇ ਚੰਗੇ ਕੰਮ ਨੇ, ਸੇਵਾ ਕਰਨੀ, ਸਿਮਰਨ ਕਰਨਾ, ਬੰਦਗੀ ਕਰਨੀ, ਰੱਬ ਦਾ ਨਾਮ ਜਪਣਾ, ਧਰਮ 'ਤੇ ਤੁਰਨਾ, ਇਹਦੇ 'ਚ ਇਹਨਾਂ ਨੂੰ ਸ਼ਰਮ ਆਉਂਦੀ। ਹੁਣ ਆਖੋ ਸਤਿਨਾਮ ਸ਼੍ਰੀ। ਇਹਦੇ 'ਚ ਸਾਨੂੰ ਹੁਣ ਸ਼ਰਮ ਆਉਂਦੀ ਹੈ। ਤੇ ਜਿਹੜੇ ਕੰਮ 'ਤੇ ਸਾਨੂੰ ਸ਼ਰਮ ਆਉਣੀ ਸ਼ੁਰੂ ਹੋ ਜਾਂਦੀ ਹੈ ਨਾ, ਉਹ ਕੰਮ ਸਾਡੇ ਜੀਵਨ 'ਚੋਂ ਘਟ ਜਾਂਦਾ ਹੈ। ਤੇ ਜਿੰਦੇ 'ਚ ਸਾਨੂੰ ਇੱਜ਼ਤ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹ ਕੰਮ ਸਾਡੇ ਜੀਵਨ 'ਚ ਵੱਧ ਜਾਂਦਾ ਹੈ। ਆਖੋ ਸਤਿਨਾਮ ਸ਼੍ਰੀ। ਅੱਜ ਮਾੜੇ ਸੰਸਕਾਰ ਜੀਵਨ 'ਚ ਤਾਂ ਵੱਧ ਰਹੇ ਕਿਉਂਕਿ ਉਹਦੇ ਨਾਲ ਅਸੀਂ ਇੱਜ਼ਤ ਜੋੜ ਬੈਠੇ ਕਿ ਵਾਹ ਵਾਹ ਵਾਹ। ਜਿੰਨਾ ਅੱਜ ਕੋਈ ਟਿਕਟੌਕ 'ਤੇ ਨੱਚੇ, ਭੰਗੜੇ ਪਾਵੇ, ਓਨਾ ਵੱਡਾ ਹੀਰੋ ਬਣ ਜਾਂਦਾ ਹੈ। ਤੇ ਜਿੰਨਾ ਕੋਈ ਧਰਮ ਦਾ ਉਪਦੇਸ਼ ਦੇਵੇ, ਧਰਮ ਦੀਆਂ ਗੱਲਾਂ ਕਰੇ, ਲੋਕ ਉਹਨੂੰ ਸ਼ਰਮ ਮਹਿਸੂਸ ਕਰਦੇ। ਆਖੋ ਸਤਿਨਾਮ ਸ਼੍ਰੀ। ਸ਼ਰਮ ਮਹਿਸੂਸ ਕਰਦੇ। ਤਾਂ ਮਹਾਰਾਜ ਕਹਿੰਦੇ ਸ਼ਰਮ ਤਾਂ ਰੱਖਣੀ ਹੈ।
ਪਰ ਮਾੜੇ ਕੰਮ ਨਹੀਂ ਕਰਨੇ। ਇਸ ਗੱਲ ਦੀ ਸ਼ਰਮ ਰੱਖਣੀ ਹੈ ਕਿ ਮਾੜੇ ਕੰਮ ਨਹੀਂ ਕਰਨੇ। ਇਹ ਸ਼ਰਮ ਨੂੰ ਸੁੰਨਤ ਬਣਾ। ਮਹਾਰਾਜ ਕਹਿੰਦੇ ਸ਼ਰਮ ਸੁੰਨਤ। ਤੇ ਅੱਗੇ ਸਾਹਿਬ ਜੀ ਕਹਿੰਦੇ ਸੀਲ ਰੋਜ਼ਾ। ਸਾਹਿਬ ਜੀ ਕਹਿੰਦੇ ਇੱਕ ਜਿਹੜਾ ਤੂੰ ਬਾਹਰੋਂ ਰੋਜ਼ਾ ਰੱਖਦਾ ਨਾ ਕਿ ਰੋਟੀ ਨਹੀਂ ਖਾਣੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਪਾਣੀ ਨਹੀਂ ਪੀਣਾ, ਇਹ ਮਹਾਰਾਜ ਕਹਿੰਦੇ ਰੋਜ਼ਾ ਰੱਖਣ ਦੀ ਲੋੜ ਨਹੀਂ ਹੈ। ਆਪਣਾ ਚੰਗਾ ਸੁਭਾਅ ਬਣਾ, ਇਹੀ ਤੇਰਾ ਰੋਜ਼ਾ ਹੈ। ਸੀਲ ਕਹਿੰਦੇ ਚੰਗਾ ਸੁਭਾਅ। ਚੰਗਾ ਸੁਭਾਅ ਬਣਾਉਣਾ ਕੀ ਹੈ? ਰੋਜ਼ਾ ਹੈ। ਤੇ ਸਾਹਿਬ ਜੀ ਕਹਿਣ ਲੱਗੇ ਹੋ ਮੁਸਲਮਾਨ। ਇਹਨਾਂ ਤਰੀਕਿਆਂ ਨਾਲ ਮਹਾਰਾਜ ਕਹਿੰਦੇ ਤੂੰ ਮੁਸਲਮਾਨ ਹੋ ਸਕਦਾ, ਹੋਰ ਕੋਈ ਤਰੀਕਾ ਨਹੀਂ ਹੈ। ਕਿਹੜਾ ਤਰੀਕਾ? ਸਾਹਿਬ ਜੀ ਕਹਿਣ ਲੱਗੇ ਮਿਹਰ, ਰੱਬ ਦੀ ਮਿਹਰ ਤੇ ਯਕੀਨ ਰੱਖਣਾ, ਰੱਬ ਤੇ ਪੂਰਨ ਵਿਸ਼ਵਾਸ ਰੱਖਣਾ, ਸਿਦਕ ਵਿੱਚ ਰਹਿਣਾ, ਹੱਕ ਸੱਚ ਦੀ ਕਮਾਈ ਕਰਨੀ, ਜੀਵਨ ਵਿੱਚ ਮੰਦੇ ਕੰਮਾਂ ਤੋਂ ਗੁਰੇਜ਼ ਕਰਨਾ, ਸ਼ਰਮ ਰੱਖਣੀ, ਆਪਣਾ ਨੇਕ ਸੁਭਾਅ, ਪਿਆਰ ਵਾਲਾ, ਵਾਹਿਗੁਰੂ ਦੇ ਪਿਆਰ ਵਾਲਾ, ਰੱਬੀ ਪਿਆਰ ਵਾਲਾ ਸੁਭਾਅ ਬਣਾਉਣਾ, ਲੋਕਾਂ ਨੂੰ ਦੁਖੀ ਨਾ ਕਰਨਾ। ਇਹਨਾਂ ਤਰੀਕਿਆਂ ਦੇ ਨਾਲ ਤੂੰ ਇਹ ਗੁਣ ਧਾਰਨ ਕਰਕੇ ਮੁਸਲਮਾਨ ਹੋ ਸਕਦਾ ਹੈ। ਤੇ ਸਾਹਿਬ ਜੀ ਕਹਿੰਦੇ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ। ਜਿਹੜਾ ਕਾਬਾ ਹੈ ਨਾ, ਕਾਬਾ ਕਹਿੰਦੇ ਜਿਹੜਾ ਮੱਕੇ ਦੇ ਵਿੱਚ ਉਹਨਾਂ ਦੀ ਸਭ ਤੋਂ ਪਵਿੱਤਰ ਜਗ੍ਹਾ, ਪੂਜਨ ਵਾਲੀ ਜਗ੍ਹਾ ਹੈ, ਉਹਨੂੰ ਕਹਿੰਦੇ ਆ ਕਿ ਉੱਥੇ ਜਾ ਕੇ ਜਦੋਂ ਅਸੀਂ ਦਰਸ਼ਨ ਕਰਦੇ ਹਾਂ ਤੇ ਸਾਡੇ ਤੇ ਅੱਲਾ ਦੀ ਮਿਹਰ ਵਰਸਦੀ ਹੈ, ਨੂਰ ਵਰਸਦਾ ਹੈ। ਵਾਹਿਗੁਰੂ ਪਰਮੇਸ਼ਵਰ ਜੋ ਅੱਲਾ ਖੁਦਾ ਹੈ, ਕਾਬੇ ਦੇ ਦਰਸ਼ਨ ਕੀਤਿਆਂ ਬਹੁਤ ਖੁਸ਼ ਹੁੰਦਾ ਹੈ। ਜਿਵੇਂ ਸਾਡੇ ਵੀ ਗੁਰੂ ਘਰਾਂ ਦੇ ਵਿੱਚ ਹਰਿਮੰਦਰ ਸਾਹਿਬ ਹੈ, ਹਰਿਮੰਦਰ ਸਾਹਿਬ ਸਭ ਤੋਂ ਸ਼੍ਰੋਮਣੀ ਹੈ, ਤੇ ਸਾਡੇ ਮਨ ਦੇ ਵਿੱਚ ਵੀ ਇਹ ਗੱਲ ਹੈ ਕਿ ਅਸੀਂ ਹਰਿਮੰਦਰ ਸਾਹਿਬ ਜਾਵਾਂਗੇ ਤੇ ਰੱਬ ਸਾਡੇ ਤੇ ਬਹੁਤ ਖੁਸ਼ ਹੋਏਗਾ। ਗੁਰੂ ਰਾਮਦਾਸ ਪਾਤਸ਼ਾਹ ਦੀ ਬਹੁਤ ਕਿਰਪਾ ਹੋਏਗੀ। ਇੱਕ ਤਾਂ ਬਾਹਰੀ ਦਰਸ਼ਨ ਦੀਦਾਰ ਨੇ ਅਸੀਂ ਕਰਦੇ ਹਾਂ, ਚਲੋ ਮੁਬਾਰਕ ਹੈ, ਪਰ ਮਹਾਰਾਜ ਕਹਿੰਦੇ ਕਰਨੀ ਕਾਬਾ, ਚੰਗੇ ਕੰਮਾਂ ਨੂੰ ਆਪਣੇ ਜੀਵਨ ਦਾ ਕਾਬਾ ਬਣਾ। ਭਾਵ ਧਾਰਮਿਕ ਸਥਾਨ, ਜਿਹੜਾ ਸਭ ਤੋਂ ਉੱਚਾ ਧਾਰਮਿਕ ਸਥਾਨ ਹੈ ਨਾ, ਉਹ ਕੀ ਹੈ? ਆਪਣੇ ਜੀਵਨ ਵਿੱਚ ਚੰਗੇ ਕੰਮਾਂ ਨੂੰ ਲੈ ਕੇ ਆ। ਇਸ ਤਰ੍ਹਾਂ ਰੱਬ ਦੀ ਤੇਰੇ ਤੇ ਮਿਹਰ ਹੋਏਗੀ। ਕਰਨੀ ਕਾਬਾ। ਤੇ ਸਾਹਿਬ ਜੀ ਕਹਿੰਦੇ ਸੱਚ ਪੀਰ। ਪੀਰ ਕਹਿੰਦੇ ਆ ਗੁਰੂ ਧਾਰਨ ਕਰਨਾ। ਪੀਰ ਕਹਿੰਦੇ ਆ ਉਹਨਾਂ ਦੇ ਵਿੱਚ ਇੱਕ ਪੀਰ ਹੁੰਦੇ ਆ, ਮੁਰਸ਼ਦ, ਇੱਕ ਮੁਰਸ਼ਦ ਹੁੰਦਾ, ਇੱਕ ਪੀਰ ਹੁੰਦਾ। ਜਿਵੇਂ ਸਾਡੇ 'ਚ ਗੁਰੂ ਹੈ ਤੇ ਅਸੀਂ ਚੇਲੇ ਹਾਂ, ਇਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਪੀਰ ਹੁੰਦਾ ਹੈ, ਜਿਹਨੂੰ ਮੰਨਦੇ ਆ ਲੋਕ, ਉਹਨੂੰ ਮੰਨ ਕੇ ਆਪਣੇ ਜੀਵਨ ਵਿੱਚ ਉਹਦੇ ਅਨੁਸਾਰ ਜੀਵਨ ਨੂੰ ਢਾਲਦੇ ਆ। ਸਾਹਿਬ ਜੀ ਕਹਿੰਦੇ ਸੱਚ ਨੂੰ ਜੀਵਨ 'ਚ ਲੈ ਕੇ ਆ, ਸੱਚ ਹੀ ਪੀਰ ਹੈ, ਹੋਰ ਕੋਈ ਦੂਜਾ ਪੀਰ ਨਹੀਂ ਹੈ। ਆਖੋ ਸਤਿਨਾਮ ਸ਼੍ਰੀ। ਸੱਚ ਬੋਲਣਾ, ਸੱਚ ਵੇਖਣਾ, ਸੱਚੇ ਕਰਮ ਕਰਨੇ, ਸੱਚੇ ਖੁਦਾ ਨੂੰ ਮੰਨਣਾ, ਸੱਚੇ ਖੁਦਾ ਦਾ ਨਾਮ ਜਪਣਾ, ਜੋ ਸੱਚ ਦਾ ਉਪਦੇਸ਼ ਦਿੰਦਾ ਹੈ ਉਸ ਸੱਚ ਨੂੰ ਮੰਨਣਾ। ਸੱਚ ਨੂੰ ਪੀਰ ਬਣਾ, ਹੋਰ ਕਿਸੇ ਨੂੰ ਪੀਰ ਨਾ ਬਣਾ। ਆਖੋ ਸਤਿਨਾਮ ਸ਼੍ਰੀ। ਕਿਸੇ ਬੰਦੇ ਨੂੰ ਪੀਰ ਨਾ ਬਣਾ, ਕਿਸੇ ਬੰਦੇ ਨੂੰ ਗੁਰੂ ਨਾ ਬਣਾ, ਸੱਚ ਨੂੰ ਗੁਰੂ ਬਣਾ, ਸੱਚ ਨੂੰ ਪੀਰ ਬਣਾ। ਮਹਾਰਾਜ ਕਹਿੰਦੇ ਸੱਚ ਪੀਰ ਤੇ ਕਲਮਾ ਕਰਮ ਨਿਵਾਜ। ਜਿਹੜੀਆਂ ਕਲਮਾਂ ਪੜ੍ਹਨੀਆਂ, ਜਿਵੇਂ ਅਸੀਂ ਬਾਣੀ ਪੜ੍ਹਦੇ ਆ ਨਾ, ਇਸੇ ਤਰ੍ਹਾਂ ਮੁਸਲਮਾਨ ਨਵਾਜ਼ ਅਦਾ ਕਰਨ ਵਾਸਤੇ ਆਪਣੀ ਅਰਬੀ ਭਾਸ਼ਾ ਦੇ ਵਿੱਚ ਕੁਝ ਅੱਖਰ ਬੋਲਦੇ ਆ, ਕੁਝ ਪੰਗਤੀਆਂ ਬੋਲਦੇ ਆ, ਉਹਨੂੰ ਕਹਿੰਦੇ ਆ ਕਲਮਾਂ ਪੜ੍ਹਨੀਆਂ। ਕਲਮਾਂ ਪੜ੍ਹਨੀਆਂ ਤਾਂ ਮਹਾਰਾਜ ਕਹਿੰਦੇ ਕਲਮਾ ਕਰਮ ਨਵਾਜ। ਮਹਾਰਾਜ ਕਹਿੰਦੇ ਜਿਹੜੀਆਂ ਕਲਮਾਂ ਪੜ੍ਹਨੀਆਂ ਹੈ ਨਾ, ਉਹ ਕੀ ਪੜ੍ਹਨੀਆਂ? ਕਰਮ। ਕਰਮ ਦਾ ਮਤਲਬ ਵਾਹਿਗੁਰੂ ਦੀ ਬਖਸ਼ਿਸ਼ ਤੇ ਭਰੋਸਾ ਰੱਖਣਾ, ਨਾ ਕਿ ਆਪਣੇ ਆਪ ਦੇ ਭਰੋਸਾ ਰੱਖਣਾ। ਤੇ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਸ਼ੁਭ ਕਰਮਾਂ ਤੇ। ਕਿਉਂਕਿ ਸਤਿਗੁਰੂ ਜੀ ਨੂੰ ਜਦੋਂ ਪੁੱਛਿਆ ਸੀ ਨਾ ਹਾਜੀਆਂ ਨੇ, ਬਾਬੇ ਨੂੰ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਹਾਜੀਆਂ ਨੇ ਪੁੱਛਿਆ ਸੀ ਨਾ
ਕਿ ਪੁੱਛਣ ਫੋਲ ਕਿਤਾਬ ਨੂੰ ਵੱਡਾ ਮੁਸਲਮਾਨ ਹੋਈ, ਕਿ ਵੱਡਾ ਕੌਣ ਹੈ, ਮੁਸਲਮਾਨ ਹੈ ਕਿ ਹਿੰਦੂ ਵੱਡਾ ਹੈ। ਤੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਮਹਾਰਾਜ ਕਹਿੰਦੇ ਸ਼ੁਭ ਅਮਲਾਂ ਤੋਂ ਬਗੈਰ ਭਾਵੇਂ ਕੋਈ ਮੁਸਲਮਾਨ ਹੋਵੇ, ਭਾਵੇਂ ਹਿੰਦੂ ਹੋਵੇ, ਭਾਵੇਂ ਸਿੱਖ ਹੋਵੇ, ਈਸਾਈ ਹੋਵੇ, ਕੋਈ ਵੀ ਹੋਵੇ, ਜਿੰਦੇ ਚੰਗੇ ਕਰਮ ਨਹੀਂ ਨਾ ਹੋਣਗੇ ਉਹ ਰੋਏਗਾ ਹੀ ਰੋਏਗਾ। ਆਖੋ ਸਤਿਨਾਮ ਸ਼੍ਰੀ, ਉਹਨੂੰ ਰੋਣਾ ਪਏਗਾ। ਤੇ ਮਹਾਰਾਜ ਕਹਿੰਦੇ ਕਲਮਾਂ ਕੀ ਬਣਾਉਣੀਆਂ, ਤੂੰ ਚੰਗੇ ਕੰਮ ਕਰਨੇ, ਇਹੀ ਕਲਮਾ ਪੜ੍ਹਨੀ, ਇਹੀ ਨਮਾਜ਼ ਹੈ। ਭਾਵ ਵਾਹਿਗੁਰੂ ਦੀ ਬਖਸ਼ਿਸ਼ ਤੇ ਰਹਿਣਾ। ਤੇ ਸਤਿਗੁਰੂ ਜੀ ਕਹਿੰਦੇ ਤਸਬੀ ਸਾਤ ਇਸ ਭਾਵ ਸੀ, ਨਾਨਕ ਰੱਖੈ ਲਾਜ। ਤਸਬੀ ਕੀ ਹੈ, ਜਿਹੜੀ ਮਾਲਾ ਫੇਰਨੀ ਹੈ। ਉਹ ਮੁਸਲਮਾਨ ਮਾਲਾ ਵੀ ਫੇਰਦੇ ਨਾ, ਤਾਂ ਮਹਾਰਾਜ ਕਹਿੰਦੇ ਮਾਲਾ ਇਹ ਨਾ ਫੇਰ, ਰੱਬ ਦੇ ਭਾਣੇ ਵਿੱਚ ਰਹਿ, ਰੱਬ ਦੇ ਭਾਣੇ ਨੂੰ ਮੰਨਣ ਦੀ ਮਾਲਾ ਫੇਰ ਕੇ ਤਸਬੀ ਸਾਤ ਇਸ ਭਾਵ ਸੀ। ਜੋ ਉਸ ਵਾਹਿਗੁਰੂ ਨੂੰ ਭਾਉਂਦਾ ਹੈ ਉਹਦੇ ਭਾਣੇ ਦੀ ਤਸਬੀਹ ਬਣਾ। ਤੂੰ ਮਾਲਾ ਕਰਕੇ ਗਿਣਤੀਆਂ ਨਾ ਕਰਿਆ ਕਰ, ਮੈਂ ਇੰਨਾ ਜਪ ਲਿਆ। ਮਹਾਰਾਜ ਕਹਿੰਦੇ ਤੂੰ ਜਪਿਆ ਕਰ ਤੇ ਭਾਣਾ ਮੰਨਿਆ ਕਰਕੇ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਮਾਲਾ ਬਣਾ ਕੇ ਰੱਬ ਨੂੰ ਜੋ ਚੰਗਾ ਲੱਗਦਾ ਹੈ ਉਹੀ ਠੀਕ ਹੈ, ਉਹੀ ਪ੍ਰਵਾਨ ਹੈ। ਮਹਾਰਾਜ ਕਹਿੰਦੇ ਤਸਬੀਹ ਸਾਤ ਇਸ ਭਾਵ ਸੀ। ਇਹ ਤਰੀਕੇ ਤੂੰ ਕਰੇਗਾ ਤੇ ਨਾਨਕ ਰੱਖੈ ਲਾਜ। ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵਾਹਿਗੁਰੂ ਤੇਰੀ ਲਾਜ ਰੱਖੇਗਾ, ਪਰਮੇਸ਼ਵਰ ਤੇਰੀ ਲਾਜ ਰੱਖੇਗਾ। ਹੁਣ ਦੁਬਾਰਾ ਫਿਰ ਮੈਂ ਇਸ ਸ਼ਲੋਕ ਨੂੰ ਦੁਹਰਾ ਦੇਵਾਂ। ਸਾਹਿਬ ਜੀ ਕਹਿਣ ਲੱਗੇ ਜਿਵੇਂ ਬਾਹਰੋਂ ਧਰਮ ਦੇ ਕਰਮ ਕਰੀਦੇ ਆ ਨਾ, ਉਹਨਾਂ ਕਰਮਾਂ ਦੇ ਵਿੱਚ ਕੁਝ ਗੁਣ ਛੁਪੇ ਹੁੰਦੇ ਆ। ਜਿਵੇਂ ਮੁਸਲਮਾਨ ਮਸੀਤ ਵਿੱਚ ਜਾਂਦੇ ਆ, ਮਸੱਲਾ ਵਿਛਾ ਕੇ, ਕੱਪੜਾ ਵਿਛਾ ਕੇ ਕੁਰਾਨ ਪੜ੍ਹਦੇ ਆ, ਫਿਰ ਸੁੰਨਤ ਰੱਖਦੇ ਆ, ਰੋਜ਼ੇ ਰੱਖਦੇ ਆ, ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਆ। ਫਿਰ ਕਾਬੇ ਮੱਕੇ ਜਾਂਦੇ ਆ, ਉੱਥੇ ਜਾ ਕੇ ਉਹਦੇ ਦਰਸ਼ਨ ਦੀਦਾਰ ਕਰਦੇ ਆ। ਫਿਰ ਆਪਣਾ ਕੋਈ ਪੀਰ ਧਾਰਨ ਕਰਦੇ ਆ, ਫਿਰ ਕਲਮਾ ਪੜ੍ਹਦੇ ਆ, ਨਮਾਜ਼ ਕੱਢਦੇ ਆ, ਫਿਰ ਤਸਬੀਹਾਂ ਫੇਰਦੇ ਆ। ਇਹਨਾਂ ਤਰੀਕਿਆਂ ਨਾਲ ਉਹ ਕੀ ਕਰਦੇ ਆ ਕਿ ਰੱਬ ਸਾਡੀ ਲਾਜ ਰੱਖੇਗਾ। ਤੇ ਵੇਖੋ ਕਰਮ ਕਰਨਾ ਚੰਗਾ ਹੈ, ਪਰ ਕਰਮ ਦੇ ਵਿੱਚ ਕੁਝ ਸਿਧਾਂਤ ਛੁਪਿਆ ਪਿਆ ਹੁੰਦਾ। ਮੈਂ ਕਈ ਵਾਰੀ ਕਿਹਾ ਹੈ, ਕਰਮ ਦੇ ਵਿੱਚ ਸਿਧਾਂਤ ਛੁਪਿਆ ਪਿਆ ਹੁੰਦਾ। ਜਿੰਨੀ ਦੇਰ ਤੱਕ ਅਸੀਂ ਉਸ ਸਿਧਾਂਤ ਨੂੰ ਨਹੀਂ ਮੰਨਦੇ, ਉਹ ਕਰਮ ਸਾਡਾ ਫਾਇਦਾ ਨਹੀਂ ਕਰ ਸਕਦਾ। ਆਖੋ ਸਤਿਨਾਮ ਸ਼੍ਰੀ। ਸਿਧਾਂਤ ਕੀ ਹੁੰਦਾ ਹੈ? ਸਿਧਾਂਤ ਹੁੰਦਾ ਹੈ ਗੁਣ। ਜੋ ਮਹਾਰਾਜ ਜੀ ਨੇ ਕਿਹਾ ਰੱਬ ਦੀ ਮਿਹਰ ਨੂੰ ਮਸੀਤ ਬਣਾ, ਆਪਣੇ ਜੀਵਨ ਵਿੱਚ ਸਿਦਕ ਲੈ ਕੇ ਆ, ਆਪਣੇ ਜੀਵਨ ਵਿੱਚ ਹੱਕ ਸੱਚ ਦੀ ਕਮਾਈ ਕਰ। ਇਹ ਤੇਰੀ ਕੁਰਾਨ ਪੜ੍ਹਨੀ ਹੈ, ਮਾੜੇ ਕੰਮਾਂ ਤੋਂ ਸ਼ਰਮ ਕਰਨੀ, ਇਹ ਤੇਰੀ ਸੁੰਨਤ ਹੈ। ਮਹਾਰਾਜ ਕਹਿੰਦੇ ਚੰਗਾ ਸੁਭਾਅ ਰੱਖਣਾ, ਇਹ ਤੇਰਾ ਸੀਲ ਰੋਜਾ ਹੈ। ਇਸ ਤਰੀਕੇ ਨਾਲ ਤੂੰ ਮੁਸਲਮਾਨ ਹੋ ਸਕਦਾ ਹੈ। ਕਰਨੀ ਕਾਬਾ ਹੈ, ਕਰਨੀ ਤੋਂ ਭਾਵ ਚੰਗੇ ਕੰਮ ਕਰਨੇ ਹੀ ਤੇਰੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨੇ ਆ। ਆਖੋ ਸਤਿਨਾਮ ਸ਼੍ਰੀ। ਧਾਰਮਿਕ ਸਥਾਨਾਂ ਦੇ ਜਿਵੇਂ ਤੂੰ ਦਰਸ਼ਨ ਕਰਦਾ ਹੈ ਨਾ ਬਾਹਰੋਂ, ਤੇ ਯਕੀਨ ਰੱਖਦਾ ਹੈ ਰੱਬ ਮੈਨੂੰ ਫਲ ਦੇਗਾ। ਮਹਾਰਾਜ ਕਹਿੰਦੇ ਚੰਗੇ ਕੰਮ ਕਰੇਗਾ ਰੱਬ ਤੈਨੂੰ ਤਾਂ ਫਲ ਦੇਗਾ। ਆਖੋ ਸਤਿਨਾਮ ਸ਼੍ਰੀ। ਇਹ ਤਾਂ ਧਾਰਮਿਕ ਸਥਾਨਾਂ ਤੇ ਅਸੀਂ ਤਾਂ ਆਉਣੇ ਆ ਕਿ ਅਸੀਂ ਇੱਥੋਂ ਚੰਗੇ ਕੰਮ ਸਿੱਖ ਸਕੀਏ। ਗੁਰੂ ਘਰ ਤਾਂ ਹੈ ਕਿ ਗੁਰਦੁਆਰੇ ਹੋਏ ਸੋਝੀ ਪਾਏ ਸੀ। ਇਹ ਧਾਰਮਿਕ ਸਥਾਨ ਚਾਹੀਦੇ ਆ ਮੁਸਲਮਾਨਾਂ ਵਾਸਤੇ। ਮਸੀਤ ਚਾਹੀਦੀ ਹੈ, ਕਾਬਾ ਚਾਹੀਦਾ ਹੈ, ਬਾਹਰੀ ਉਹਨਾਂ ਦੇ ਕਰਮ ਚਾਹੀਦੇ ਨੇ, ਪਰ ਬਾਹਰੀ ਕਰਮਾਂ ਦੇ ਨਾਲ ਸਿਧਾਂਤ ਵੀ ਤਾਂ ਚਾਹੀਦਾ ਹੈ ਨਾ। ਆਖੋ ਸਤਿਨਾਮ ਸ਼੍ਰੀ। ਗੁਣ ਵੀ ਤਾਂ ਚਾਹੀਦੇ ਨਾ। ਜਿਹੜੀ ਸਿੱਖਿਆ ਦਿੱਤੀ ਜਾ ਰਹੀ ਉਸ ਸਿੱਖਿਆ ਨੂੰ ਵੀ ਤਾਂ ਕਮਾਉਣਾ ਹੈ ਨਾ। ਪਰ ਅਸੀਂ ਬਾਰੀ ਢਾਂਚੇ ਤੱਕ ਰਹਿ ਜਾਂਦੇ ਹਾਂ, ਵਿੱਚੋਂ ਤੱਤ ਨਿਕਲ ਜਾਂਦਾ ਹੈ। ਤੱਤ ਨਹੀਂ ਹੁੰਦਾ। ਜਿਵੇਂ ਬਾਹਰੋਂ ਬਾਰੀ ਇੱਕ ਖੋਲ ਰਹਿ ਜਾਂਦਾ ਕਿਸੇ ਚੀਜ਼ ਦਾ, ਤੇ ਵਿੱਚ ਤੱਤ ਨਾ ਰਵੇ, ਤੱਤ ਨੇ ਤਾਂ ਫਾਇਦਾ ਦੇਣਾ ਹੁੰਦਾ ਹੈ। ਜਿਵੇਂ ਵੇਖੋ ਆਪਾਂ ਇੱਕ ਬਦਾਮ ਹੈ ਤੇ ਇੱਕ ਬਦਾਮ ਦੀ ਛਿੱਲੜ ਹੈ। ਹੁਣ ਬੰਦਾ ਬਦਾਮ ਦੀ ਛਿੱਲੜ ਨੂੰ ਤੋੜ ਕੇ ਤੇ ਖਾ ਲਵੇ ਤੇ ਬਦਾਮ ਨੂੰ ਸੁੱਟ ਦੇਵੇ, ਤੇ ਆਪਾਂ ਉਸ ਇਨਸਾਨ ਨੂੰ ਕੀ ਕਵਾਂਗੇ? ਬੜਾ ਮੂਰਖ ਹੈ। ਆਪੋ ਸਤਿਨਾਮ ਸ਼੍ਰੀ। ਬਦਾਮ ਦੀ ਛਿੱਲੜ ਤਾਂ ਖਾਈ ਜਾਂਦਾ ਹੈ, ਪਰ ਬਦਾਮ ਸੁੱਟੀ ਜਾਂਦਾ ਹੈ।
ਇਸੇ ਤਰ੍ਹਾਂ ਬਾਹਰ ਦੇ ਜਿਹੜੇ ਧਰਮ ਦੇ ਕਰਮ ਹੁੰਦੇ ਨਾ, ਇਹ ਬਦਾਮ ਨੂੰ ਸੇਵ ਕਰਨ ਵਾਸਤੇ ਹੁੰਦੇ। ਜਿਵੇਂ ਰੱਬ ਨੇ ਹਰੇਕ ਫਲ ਨੂੰ ਸੇਵ ਕਰਨ ਵਾਸਤੇ, ਉਹਨੂੰ ਸੁਰੱਖਿਅਤ ਕਰਨ ਵਾਸਤੇ ਬਾਹਰੋਂ ਇੱਕ ਮਰਿਆਦਾ ਬਣਾਈ ਹੈ। ਉਹਦੇ ਤੇ ਛਿੱਲੜ ਲਾ ਦਿੰਦਾ ਹੈ, ਉਹਦੇ ਤੇ ਕੋਈ ਕਵਰ ਪਾ ਦਿੰਦਾ ਹੈ ਕਿ ਉਹ ਚੀਜ਼ ਸੁਰੱਖਿਅਤ ਰਵੇ, ਕਿ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚ ਜਾਏ। ਪਰ ਜਿਹੜਾ ਇਨਸਾਨ ਮੂਰਖ ਹੋਵੇ, ਉਹ ਕੱਲੀਆਂ ਛਿੱਲਣਾ ਖਾਈ ਜਾਵੇ, ਵਿੱਚੋਂ ਗੁੱਦਾ ਸੁੱਟੀ ਜਾਵੇ। ਆਖੋ ਸਤਿਨਾਮ ਸ਼੍ਰੀ। ਅੱਜ ਦਾ ਇਨਸਾਨ ਐਂ ਹੀ ਕਰਦਾ ਹੈ। ਆਖੋ ਸਤਿਨਾਮ, ਛਿੱਲੜਾ ਖਾਈ ਜਾਂਦਾ ਹੈ, ਦੂਜੀਆਂ ਚੀਜ਼ਾਂ ਬਾਹਰ ਸੁੱਟੀ ਜਾਂਦਾ ਹੈ। ਆਖੋ ਸਤਿਨਾਮ ਸ਼੍ਰੀ। ਖਾਣ ਵਾਲੀ ਚੀਜ਼ ਕੀ ਸੀ? ਵਿੱਚ ਤੱਤ ਸੀ। ਜਿਹੜਾ ਤੱਤ ਸੀ ਉਹ ਖਾਣਾ ਸੀਗਾ, ਜਿਹੜਾ ਤੱਤ ਸੀ ਉਹ ਲੈਣਾ ਸੀਗਾ। ਪਰ ਬੰਦਾ ਛਿੱਲਣਾ ਖਾਈ ਜਾ ਰਿਹਾ ਹੈ, ਤੱਤ ਨੂੰ ਸੱਟ ਰਿਹਾ ਹੈ। ਮਹਾਰਾਜ ਕਹਿੰਦੇ ਭਲਿਓ, ਛਿੱਲਣਾ ਖਾਣ ਵਾਲੀਆਂ ਨਹੀਂ ਹੁੰਦੀਆਂ, ਤੱਤ ਖਾਣ ਵਾਲਾ ਹੁੰਦਾ ਹੈ, ਜਿਹਨੇ ਸਾਨੂੰ ਐਨਰਜੀ ਦੇਣੀ ਹੈ, ਜਿਹਨੇ ਸਾਨੂੰ ਜੀਵਨ ਦੇਣਾ ਹੈ। ਇਸੇ ਤਰ੍ਹਾਂ ਬਾਹਰੀ ਧਰਮ ਦੇ ਕਰਮ ਹੁੰਦੇ ਨੇ, ਇਹ ਇੱਕ ਛਿੱਲਣਾ ਦੀ ਤਰ੍ਹਾਂ ਹੀ ਹੈ। ਜਿਵੇਂ ਬਦਾਮ ਦੀਆਂ ਛਿੱਲੜਾਂ ਨੇ, ਪਰ ਉਹਨਾਂ ਵਿੱਚ ਬਦਾਮ ਛੁਪਿਆ ਪਿਆ, ਜਿਵੇਂ ਦੁੱਧ ਵਿੱਚ ਘਿਓ ਛੁਪਿਆ ਪਿਆ ਹੈ। ਇਸੇ ਤਰ੍ਹਾਂ ਧਾਰਮਿਕ ਕਰਮਾਂ ਨੂੰ ਰੇੜਕਾ ਪਾਓਗੇ, ਉਹਨਾਂ ਵਿੱਚ ਗੁਣ ਛੁਪੇ ਪਏ। ਆਖੋ ਸਤਿਨਾਮ ਸ਼੍ਰੀ। ਪਿਆਰ ਛੁਪਿਆ ਪਿਆ, ਰੱਬ ਦੀ ਮੁਹੱਬਤ ਛੁਪੀ ਪਈ ਹੈ। ਪਰ ਬੰਦਾ ਕੀ ਕਰਦਾ ਹੈ? ਧਾਰਮਿਕ ਕੱਪੜੇ ਪਾ ਲੈਂਦਾ ਹੈ, ਧਾਰਮਿਕ ਕਰਮ ਕਰ ਲੈਂਦਾ ਹੈ, ਪਰ ਉਹਦੇ ਗੁਣਾਂ ਨੂੰ ਨਹੀਂ ਧਾਰਨ ਕਰਦਾ, ਤੇ ਰੱਬ ਦੀ ਬਖਸ਼ਿਸ਼ ਨੂੰ ਕਹਿੰਦਾ ਕਿ ਰੱਬ ਮੇਰੇ ਤੇ ਮਿਹਰ ਕਰੇਗਾ। ਇੱਦਾਂ ਮਿਹਰ ਨਹੀਂ ਹੁੰਦੀ। ਆਖੋ ਸਤਿਨਾਮ ਸ਼੍ਰੀ। ਇੱਦਾਂ ਮਿਹਰ ਨਹੀਂ ਹੁੰਦੀ। ਭਾਵੇਂ ਲੱਖਾਂ ਵਾਰ ਕੋਈ ਕਾਬੇ ਜਾ ਆਵੇ, ਲੱਖਾਂ ਵਾਰ ਕੁਝ ਕਰ ਆਵੇ, ਲੱਖਾਂ ਵਾਰ ਰੋਜ਼ੇ ਰੱਖ ਲਵੇ, ਲੱਖਾਂ ਵਾਰ ਇੱਦਾਂ ਆਪਦੀ ਮਰਜ਼ੀ ਨਾਲ ਨਮਾਜ਼ਾਂ ਪੜ੍ਹ ਲਵੇ, ਨਹੀਂ ਹੋਏਗਾ ਜਿੰਨਾ ਚਿਰ ਸਮਝੇਗਾ ਨਹੀਂ ਕਿ ਨਮਾਜ਼ ਅਸਲ ਵਿੱਚ ਹੈ ਕੀ। ਆਖੋ ਸਤਿਨਾਮ ਸ਼੍ਰੀ। ਤਾਂ ਸਤਿਗੁਰੂ ਜੀ ਨੇ ਇੱਥੇ ਗੁਣ ਸਮਝਾਏ ਕਿ ਰੱਬ ਦੇ ਭਾਣੇ ਵਿੱਚ ਰਹਿਣਾ, ਚੰਗੇ ਕੰਮ ਕਰਨੇ। ਤਾਂ ਅਗਲਾ ਜਿਹੜਾ ਸ਼ਬਦ ਹੈ ਉਹ ਵੀ ਇਸੇ ਪ੍ਰਥਾਏ ਹੈ ਕਿ ਉਸ ਸਮੇਂ ਜਿਹੜੇ ਕਾਜੀ ਸਨ, ਮੌਲਵੀ ਸਨ, ਇਹ ਮੁਸਲਮਾਨਾਂ ਦੇ ਵਿੱਚ ਸਭ ਤੋਂ ਵੱਡੇ ਪੂਜਨੀਕ ਮੰਨੇ ਜਾਂਦੇ ਆ। ਜੋ ਕਾਜੀ ਨੇ ਫੈਸਲਾ ਕਰ ਦੇਣਾ ਉਹ ਅਖੀਰ ਮੰਨਿਆ ਜਾਂਦਾ ਸੀ, ਉਹ ਭਾਵੇਂ ਝੂਠਾ ਹੋਵੇ ਭਾਵੇਂ ਸੱਚਾ ਹੋਵੇ। ਤੇ ਉਸ ਸਮੇਂ ਜਿਹੜੇ ਕਾਜੀ ਸਨ ਉਹ ਰਿਸ਼ਵਤੀ ਹੋ ਗਏ ਸਨ। ਪੈਸੇ ਲੈ ਕੇ ਨਿਆਂ ਨਹੀਂ ਸਨ ਕਰਦੇ, ਉਹ ਨਿਆਂ ਗਵਾਉਂਦੇ ਸਨ। ਭਾਵ ਰਿਸ਼ਵਤ ਲੈ ਕੇ ਝੂਠੇ ਬੰਦੇ ਨੂੰ ਛੱਡ ਦਿੰਦੇ ਸਨ, ਸੱਚੇ ਬੰਦੇ ਨੂੰ ਸਜ਼ਾ ਦੇ ਦਿੰਦੇ ਸਨ। ਆਖੋ ਸਤਿਨਾਮ ਸ਼੍ਰੀ। ਤਾਂ ਆਪਣੇ ਆਪ 'ਚ ਉਹ ਬਣ ਕੇ ਬੈਠੇ ਸਨ ਕਿ ਅਸੀਂ ਮੁਕਤ ਹੋ ਹੀ ਜਾਣਾ ਹੈ, ਸਾਡੀ ਤਾਂ ਪੈਗੰਬਰ ਸਾਹਿਬ ਨੇ ਹਾਮੀ ਭਾਰੀ ਦੇਣੀ ਹੈ। ਅਸੀਂ ਰੋਜ਼ ਤਸਬੀਹਾਂ ਵੀ ਫੇਰਦੇ ਹਾਂ, ਮਾਲਾ ਵੀ ਫੇਰਦੇ ਹਾਂ, ਅਸੀਂ ਨਮਾਜ਼ਾਂ ਵੀ ਪੜ੍ਹਦੇ ਹਾਂ, ਅਸੀਂ ਸੁੰਨਤ ਵੀ ਰੱਖੀ ਹੋਈ ਹੈ। ਮਹਾਰਾਜ ਕਹਿੰਦੇ ਜੋ ਮਰਜ਼ੀ ਰੱਖੀ ਰੱਖ, ਪਰ ਜਿਹੜੇ ਆ ਕੰਮ ਕਰਦਾ ਪਿਆ, ਜੇ ਕੰਮ ਨਾ ਸਹੀ ਕੀਤੇ ਤੇ ਸਭ ਕੁਝ ਘਾਟਾ ਹੋ ਜਾਣਾ ਹੈ। ਤਾਂ ਗੁਰੂ ਸਾਹਿਬ ਜੀ ਦਾ ਅਗਲਾ ਸ਼ਬਦ ਹੈ ਮਹੱਲਾ ਪਹਿਲਾ, ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ। ਮਹਾਰਾਜ ਕਹਿਣ ਲੱਗੇ ਵੇਖੋ, ਜਿਵੇਂ ਮੁਸਲਮਾਨ ਕਹਿੰਦਾ ਜੇ ਮੈਂ ਸੂਰ ਦਾ ਮਾਸ ਖਾ ਲਿਆ ਨਾ ਤੇ ਮੇਰਾ ਜਨਮ ਭ੍ਰਿਸ਼ਟ ਹੋ ਜਾਣਾ ਹੈ, ਮੇਰੀ ਪੈਗੰਬਰ ਮੁਹੰਮਦ ਸਾਹਿਬ ਨੇ ਹਾਮੀ ਨਹੀਂ ਭਰਨੀ। ਹਿੰਦੂ ਵੀਰ ਕਹਿੰਦੇ ਜੇ ਅਸੀਂ ਗਾਂ ਖਾ ਲਈ ਨਾ ਤੇ ਸਾਡੇ ਰਾਮ ਨੇ ਕ੍ਰਿਸ਼ਨ ਨੇ ਨਾਰਾਜ਼ ਹੋ ਜਾਣਾ ਹੈ, ਸਾਡਾ ਧਰਮ ਭ੍ਰਿਸ਼ਟਿਆ ਜਾਣਾ ਹੈ, ਸਾਡੀ ਰੱਬ ਨੇ ਹਾਮੀ ਨਹੀਂ ਭਰਨੀ। ਮਹਾਰਾਜ ਕਹਿਣ ਲੱਗੇ ਜਿਵੇਂ ਹਿੰਦੂ ਗਾਂ ਖਾਣ ਤੋਂ ਪਰਹੇਜ਼ ਕਰਦਾ ਹੈ, ਮੁਸਲਮਾਨ ਸੂਰ ਖਾਣ ਤੋਂ ਪਰਹੇਜ਼ ਕਰਦਾ ਹੈ, ਇਹ ਦੁਨੀਆ ਦੇ ਲੋਕੋ ਮੈਂ ਤੁਹਾਨੂੰ ਕਹਿਣਾ ਤੁਸੀਂ ਕਿਸੇ ਦਾ ਹੱਕ ਨਾ ਖਾਇਆ ਜੇ, ਕਿਸੇ ਦਾ ਪਰਾਇਆ ਹੱਕ ਖਾਣ ਤੋਂ ਪਰਹੇਜ਼ ਕਰਿਆ ਜੇ। ਜੇ ਕਿਸੇ ਦਾ ਪਰਾਇਆ ਹੱਕ ਖਾ ਲਿਆ ਨਾ ਤੇ ਮਹਾਰਾਜ ਕਹਿੰਦੇ ਇਹਦੇ ਨਾਲ ਰੱਬ ਨਾਰਾਜ਼ ਹੋ ਜਾਂਦਾ ਹੈ। ਆਖੋ ਸਤਿਨਾਮ ਸ਼੍ਰੀ। ਸੂਰ ਤੇ ਗਾਂ ਖਾਣ ਨਾਲ ਨਹੀਂ, ਉਹ ਉਹਨਾਂ ਦੀ ਮਰਿਆਦਾ ਹੈ। ਨਹੀਂ ਕੋਈ ਸੂਰ ਖਾਂਦਾ ਮੁਬਾਰਕ ਹੈ ਨਾ ਖਾਵੇ, ਨਹੀਂ ਕੋਈ ਗਾਂ ਖਾਂਦਾ ਨਾ ਖਾਵੇ, ਚੰਗੀ ਗੱਲ ਹੈ ਕਿਸੇ ਜੀਵ ਨੂੰ ਨਹੀਂ ਮਾਰਦੇ। ਪਰ ਮਹਾਰਾਜ ਕਹਿੰਦੇ ਕਿਸੇ ਦਾ ਹੱਕ ਨਾ ਖੋ, ਕਿਸੇ ਦਾ ਪੈਸਾ ਨਾ ਲੁੱਟ, ਕਿਸੇ ਦਾ ਰੂਪ ਨਾ ਲੁੱਟ, ਕਿਸੇ ਨਾਲ ਬੇਈਮਾਨੀ ਨਾ ਕਰ। ਜੇ ਬੇਈਮਾਨੀ ਕਰੇਗਾ ਤੇ ਰੱਬ ਤੇਰੇ ਤੇ ਖੁਸ਼ ਨਹੀਂ ਹੋਣਾ। ਆਖੋ ਸਤਿਨਾਮ ਸ਼੍ਰੀ। ਇਹ ਮਹਾਰਾਜ ਦਾ ਸਿਧਾਂਤ ਹੈ, ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮਹਾਰਾਜ ਕਹਿਣ ਲੱਗੇ ਗੁਰੂ ਪੀਰ ਨੇ ਤੇਰੀ ਹਾਮੀ ਹੋਏ ਤਾਂ ਭਰਨੀ ਹੈ, ਜੇ ਤੂੰ ਮੁਰਦੇ ਨਹੀਂ ਖਾਏਗਾ। ਆਖੋ ਸਤਿਨਾਮ ਸ਼੍ਰੀ। ਜਾਂ ਮੁਰਦਾਰ ਨਾ
ਖਾਏ। ਮੁਰਦਾਰ ਦਾ ਮਤਲਬ ਮੁਰਦਾ, ਮੁਰਦੇ ਦਾ ਭਾਵ ਹੈ ਹੱਕ ਪਰਾਇਆ ਹੀ ਮੁਰਦਾ ਹੈ, ਮੁਰਦਾਰ ਹੈ, ਕਿ ਜਿਹੜੀ ਚੀਜ਼ ਮੇਰੇ ਹੱਕ ਦੀ ਹੋਈ ਨਹੀਂ ਹੈ ਮੈਂ ਉਹ ਖਾਵਾਂ। ਮਹਾਰਾਜ ਕਹਿੰਦੇ ਇਹਦੇ ਨਾਲ ਰੱਬ ਨੇ ਹਾਮੀ ਨਹੀਂ ਉਹ ਭਰਨੀ। ਆਖੋ ਸਤਿਨਾਮ ਸ਼੍ਰੀ। ਗੁਰੂ ਨੇ ਹਾਮੀ ਨਹੀਂ ਉਹ ਭਰਨੀ, ਕਿਉਂਕਿ ਚੋਰ ਕੀ ਹਾਮਾ ਭਰੇ ਨਾ ਕੋਏ। ਚੋਰ ਦੀ ਵੀ ਕੋਈ ਹਾਮੀ ਭਰਦਾ, ਉਹ ਵੀ ਗੁਰੂ ਭਰੇਗਾ, ਕਦੇ ਵੀ ਨਹੀਂ। ਆਖੋ ਸਤਿਨਾਮ ਸ਼੍ਰੀ। ਬੇਈਮਾਨੀ ਦਾ ਪੈਸਾ ਲਿਆ ਕੇ ਕਹੋ ਅਸੀਂ ਦਸਵੰਧ ਦਿੰਦੇ ਆ ਫਲਾਣ, ਮਾਰ ਕਹਿੰਦੇ ਦੇਈ ਜਾ, ਮੈਂ ਜਦੋਂ ਪ੍ਰਮਾਣ ਹੀ ਨਹੀਂ ਕਰਦਾ। ਆਖੋ ਸਤਿਨਾਮ ਸ਼੍ਰੀ। ਇਹ ਤਾਂ ਤੇਰੀ ਆਪਣੀ ਮਰਜ਼ੀ ਹੈ ਨਾ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਤੇ ਅੱਗੇ ਸਾਹਿਬ ਜੀ ਨੇ ਤਾੜਨਾ ਕੀਤੀ। ਮਹਾਰਾਜ ਕਹਿੰਦੇ ਗਲਣੀ ਭਿਸਤ ਨਾ ਜਾਈਐ, ਗੱਲਾਂ ਨਾਲ ਸਵਰਗ 'ਚ ਨਹੀਂ ਜਾਇਆ ਜਾਂਦਾ। ਆਖੋ ਸਤਿਨਾਮ ਸ਼੍ਰੀ। ਗਲਣੀ ਭਿਸਤ ਨਾ ਜਾਈਐ, ਭਿਸਤ ਦਾ ਮਤਲਬ ਹੈ ਸਵਰਗ। ਮਹਾਰਾਜ ਕਹਿੰਦੇ ਕੱਲੀਆਂ ਗੱਲਾਂ ਕਰਦਾ ਹੈ ਨਾ ਕਿ ਰੱਬ ਮੇਰੇ ਤੇ ਖੁਸ਼ ਹੈ, ਗੱਲਾਂ ਨਾਲ ਖੁਸ਼ ਨਹੀਂ ਹੁੰਦਾ। ਕਿਵੇਂ ਖੁਸ਼ ਹੁੰਦਾ ਹੈ? ਛੁੱਟੈ ਸੱਚ ਕਮਾਏ। ਮਹਾਰਾਜ ਕਹਿੰਦੇ ਜਦੋਂ ਸੱਚ ਨੂੰ ਕਮਾਏਗਾ ਤਾਂ ਛੁੱਟੇਗਾ। ਆਖੋ ਸਤਿਨਾਮ ਸ਼੍ਰੀ। ਹੁਣ ਗੱਲਾਂ ਤਾਂ ਮੈਂ ਵੀ ਬਹੁਤ ਕਰਦਾ, ਮੈਂ ਆਪਦੀ ਉਹ ਗੱਲ ਕਰਦਾ। ਹੁਣ ਗੱਲਾਂ ਤਾਂ ਮੈਂ ਵੀ ਕਰ ਰਿਹਾ, ਪਰਾਇਆ ਹੱਕ ਨਹੀਂ ਚਾਹੀਦਾ ਜੀ, ਪਰਾਇਆ ਰੂਪ ਨਹੀਂ ਚਾਹੀਦਾ ਜੀ, ਪਰਾਇਆ ਫਲਾਣਾ ਫਲਾਣਾ, ਪਤਾ ਨਹੀਂ ਕਿੰਨੀਆਂ ਗੱਲਾਂ ਮੈਂ ਕਰੀ ਜਾਂਦਾ। ਤੇ ਗੱਲ ਤਾਂ ਬਣੇਗੀ ਨਾ ਜੇ ਮੈਂ ਕਮਾਵਾਂਗਾ। ਆਖੋ ਸਤਿਨਾਮ ਸ਼੍ਰੀ। ਹੁਣ ਕਥਾਵਾਚਕ ਹੁਣ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਵੇ, ਕਥਾ ਦੀ ਕਿਹੜੀ ਗੱਲ ਹੈ? ਉਹ ਤਾਂ ਬੜੀਆਂ ਬੜੀਆਂ ਲੋਕੀ ਗੱਲਾਂ ਕਰ ਹੀ ਲੈਂਦੇ ਜੀ, ਆਹ ਨਾ ਕਰੋ, ਬੇਈਮਾਨੀ ਨਾ ਕਰੋ, ਫਲਾਣ ਨਾ ਕਰੋ, ਆਹ ਨਾ ਕਰੋ। ਰੋਜ਼ ਦੇਸ਼ ਦਾ ਮੰਤਰੀ ਭਾਸ਼ਣ ਦਿੰਦਾ ਹੀ ਹੈ ਨਾ, ਅਰੇ ਬੇਈਮਾਨੀ ਨਹੀਂ ਕਰਨੀ ਚਾਹੀਏ, ਇਹ ਨਹੀਂ ਕਰਨਾ ਚਾਹੀਏ, ਉਹ ਨਹੀਂ ਕਰਨਾ ਚਾਹੀਏ, ਤੇ ਆਪ ਸਾਰਾ ਦੇਸ਼ ਹੀ ਲੁੱਟ ਕੇ ਖਾ ਗਏ। ਆਖੋ ਸਤਿਨਾਮ ਸ਼੍ਰੀ। ਉਹ ਗੱਲਾਂ ਨਾਲ ਨਹੀਂ ਨਾ ਗੱਲ ਬਣਦੀ। ਗੱਲ ਤਾਂ ਬਣਦੀ ਜੋ ਅਸੀਂ ਸੱਚ ਬਾਰੇ ਉਪਦੇਸ਼ ਦੇ ਰਹੇ ਉਹ ਕਮਾਈਏ ਵੀ ਤਾਂ ਗੱਲ ਬਣਨੀ ਹੈ। ਮਹਾਰਾਜ ਕਹਿੰਦੇ ਗਲਣੀ ਭਿਸਤ ਨਾ ਜਾਈਐ, ਛੁੱਟੈ ਸੱਚ ਕਮਾਏ। ਜੇ ਸੱਚ ਨੂੰ ਕਮਾਏਗਾ ਤਾਂ ਤੇਰਾ ਛੁਟਕਾਰਾ ਹੈ, ਗੱਲਾਂ ਨਾਲ ਨਹੀਂ। ਕੱਲੀਆਂ ਗੱਲਾਂ ਕਰੀ ਜਾਵੇਂ, ਨਹੀਂ ਜੀ ਬੇਈਮਾਨੀ ਨਹੀਂ ਕਰਨੀ ਚਾਹੀਦੀ ਤੇ ਕਰੀ ਵੀ ਜਾਵੇਂ। ਕਹਿੰਦਾ ਹੈ ਜੀ ਝੂਠ ਨਹੀਂ ਬੋਲਣਾ ਚਾਹੀਦਾ ਤੇ ਝੂਠ ਬੋਲੀ ਵੀ ਜਾਵੇਂ। ਇਹ ਤਾਂ ਕੱਲੀਆਂ ਗੱਲਾਂ ਹੋ ਗਈਆਂ ਨਾ, ਐਕਟਿੰਗ ਹੋ ਗਈ। ਤੈਨੂੰ ਉਹਦੇ ਤੇ ਭਰੋਸਾ ਤਾਂ ਨਹੀਂ ਨਾ। ਆਖੋ ਸਤਿਨਾਮ ਸ਼੍ਰੀ। ਗੱਲ ਤਾਂ ਭਰੋਸੇ ਦੀ ਹੈ ਕਿ ਮੈਂ ਬੇਈਮਾਨੀ ਨਹੀਂ ਕਰਨੀ, ਮਰ ਜਾਣਾ, ਬੇਈਮਾਨੀ ਨਹੀਂ ਕਰਨੀ, ਪਰਾਇਆ ਹੱਕ ਨਹੀਂ ਖਾਣਾ, ਨਾ ਪਰਾਇਆ ਰੂਪ ਮੰਨਣਾ। ਜਿਹੜੀ ਚੀਜ਼ ਮੇਰੇ ਹੱਕ ਦੀ ਹੋਈ ਨਹੀਂ ਹੈ ਉਹ ਮੈਂ ਨਹੀਂ ਕਰਨੀ। ਤਾਂ ਸਤਿਗੁਰੂ ਜੀ ਕਹਿੰਦੇ ਮਾਰ ਨਾ ਪਾਏ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਸਾਹਿਬ ਜੀ ਕਹਿਣ ਲੱਗੇ ਜਿਹੜੀ ਚੀਜ਼ ਹੱਕ ਦੀ ਨਹੀਂ ਹੈ, ਹਲਾਲ ਕਹਿੰਦੇ ਹੱਕ ਨੂੰ, ਜਿਹੜੀ ਚੀਜ਼ ਹੱਕ ਦੀ ਨਹੀਂ ਹੈ ਤੇ ਆਪਾਂ ਕਹੀਏ ਉਹਦੇ 'ਚ ਮੈਂ ਮਸਾਲੇ ਪਾ ਕੇ ਕੋਈ ਮਾਰਨ, ਕਹਿੰਦੇ ਮਸਾਲਿਆਂ ਨੂੰ ਮਸਾਲੇ ਮਾਰਨ ਪਾ ਕੇ ਹਰਾਮ ਦੇ ਵਿੱਚ। ਹਰਾਮ ਦਾ ਮਤਲਬ ਹੁੰਦਾ ਜਿਹੜੀ ਚੀਜ਼ ਹੱਕ ਦੀ ਨਾ ਹੋਵੇ। ਆਖੋ ਸਤਿਨਾਮ ਸ਼੍ਰੀ। ਮਾਰਨ ਪਾਏ ਹਰਾਮ ਮੈਂ, ਹਰਾਮ ਇੱਥੇ ਸ਼ਬਦ ਵਰਤਿਆ ਹਰਾਮ, ਇਹ ਸਾਡੀ ਬੜੀ ਵੱਡੀ ਗਾਲ ਹੈ। ਆਖੋ ਸਤਿਨਾਮ ਸ਼੍ਰੀ। ਸਾਡੇ ਸਮਾਜ 'ਚ ਬਹੁਤ ਵੱਡੀ ਗਾਲ ਹੈ ਜੋ ਸਮਾਜ ਵਿੱਚ ਕੱਢੀ ਜਾਂਦੀ। ਜੋ ਹੱਕ ਦਾ ਨਾ ਹੋਵੇ ਉਹਨੂੰ ਬਹੁਤ ਕਹਿੰਦੇ ਆ ਸਮਾਜ ਵਿੱਚ, ਤੇ ਇਹ ਸ਼ਬਦ ਮਹਾਰਾਜ ਜੀ ਨੇ ਬਾਣੀ 'ਚ ਵਰਤਿਆ ਹੈ। ਮਹਾਰਾਜ ਕਹਿੰਦੇ ਮਾਰ ਨਾ ਪਾਏ ਹਰਾਮ ਮੈਂ, ਜਿਹੜੀ ਚੀਜ਼ ਹੱਕ ਦੀ ਨਹੀਂ ਹੈ ਉਹਦੇ 'ਚ ਜਿੰਨੇ ਮਰਜ਼ੀ ਮਸਾਲੇ ਪਾ ਲਓ। ਜਿਵੇਂ ਮੁਸਲਮਾਨਾਂ ਦੀ ਇੱਕ ਸ਼ਰ੍ਹਾ ਹੈ ਕਿ ਉਹ ਹਲਾਲ ਕਰਕੇ ਕਿਸੇ ਸ਼ੈ ਨੂੰ ਖਾਂਦੇ ਆ, ਤੇ ਜਿਹੜੀ ਮੁਰਦਾਰ ਚੀਜ਼ ਮਰੀ ਹੋਈ ਚੀਜ਼ ਹੈ ਨਾ ਉਹਨੂੰ ਨਹੀਂ ਉਹ ਖਾਂਦੇ। ਤੇ ਜੇ ਕੋਈ ਮੁਸਲਮਾਨਾਂ ਨੂੰ ਕਵੇ ਚਲੋ ਇਹ ਚੀਜ਼ ਮਰੀ ਤਾਂ ਪਹਿਲਾਂ ਹੀ ਪਈ, ਇਹਦੇ 'ਚ ਕੋਈ ਮਸਾਲੇ ਪਾ ਕੇ ਖਾ ਲਓ, ਉਹ ਕਹਿਣਗੇ ਸਾਡੀ ਹੱਕ ਦੀ ਹੋਈ ਨਹੀਂ, ਅਸੀਂ ਕਿਵੇਂ ਖਾਈਏ। ਆਖੋ ਸਤਿਨਾਮ ਸ਼੍ਰੀ। ਮਹਾਰਾਜ ਕਹਿੰਦੇ ਜਿਵੇਂ ਉੱਥੇ ਤੂੰ ਗਰੇਜ ਕਰਦਾ ਨਾ ਕਿ ਉਹ ਚੀਜ਼ ਮੇਰੀ ਹੱਕ ਦੀ ਨਹੀਂ, ਤੇ ਸਾਹਿਬ ਜੀ ਕਹਿੰਦੇ ਆ ਜਿਹੜੀ ਬੇਈਮਾਨੀ ਕਰਦਾ ਹੈ ਨਾ, ਮਾੜੇ ਕੰਮ ਕਰਦਾ, ਇਹ ਵੀ ਤੇਰੇ ਕਿਹੜਾ ਹੱਕ ਦੇ ਨੇ, ਇਹ ਵੀ ਤਾਂ ਪਰਾਇਆ ਹੱਕ ਹੀ ਖੋ ਰਿਹਾ। ਇਹਦੇ ਨਾਲ ਗੱਲ ਨਹੀਂ ਬਣਨੀ। ਤੂੰ ਕਵੇਂ ਕਿ ਮੈਂ ਮਿੱਠੀਆਂ ਗੱਲਾਂ ਦੇ ਮਸਾਲੇ ਪਾ ਲਾਂਗਾ, ਰੱਬ ਦੀ ਸਿਫਤ ਕਰਾਂਗਾ, ਜੀ ਤੁਸੀਂ ਬਹੁਤ ਵੱਡੇ ਹੋ, ਜੀ ਤੁਸੀਂ ਬਹੁਤ ਮਹਾਨ ਹੋ, 2 ਮਿੰਟ ਆ ਕੇ ਮੈਂ ਬੁੜਬੜਾਵਾਂਗਾ ਕਿ ਰੱਬ ਜੀ ਮੈਨੂੰ ਮਾਫ ਕਰ ਦਿਓ। ਮਹਾਰਾਜ ਕਹਿੰਦੇ ਇੱਦਾਂ ਨਹੀਂ ਹੋਣਾ। ਆਖੋ ਸਤਿਨਾਮ ਸ਼੍ਰੀ। ਮਾਰ ਨਾ ਪਾਏ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਇੱਦਾਂ ਨਹੀਂ ਹਲਾਲ ਕੋਈ ਚੀਜ਼ ਬਣਦੀ। ਫਿਰ ਕਿਵੇਂ ਬਣਦੀ ਹੈ? ਨਾਨਕ ਗੱਲੇ ਕੂੜਈ, ਕੂੜੋ ਪੱਲੇ ਪਾਏ। ਸਾਹਿਬ ਜੀ ਕਹਿੰਦੇ ਇਹ ਤਾਂ ਝੂਠੀਆਂ ਹੀ ਗੱਲਾਂ ਨੇ
ਕਿ ਬਸ ਬਾਹਰੋਂ ਬਾਹਰੋਂ ਸੱਚ ਦੀਆਂ ਗੱਲਾਂ ਕਰਦੇ ਰਹਿਣਾ ਤੇ ਸੱਚ ਕਮਾਉਣਾ ਨਾ, ਜੀਵਨ ਵਿੱਚ ਮੰਦੇ ਕੰਮ ਹੀ ਕਰੀ ਜਾਣੇ ਤੇ ਕਹਿਣਾ ਜੀ ਕੋਈ ਨਹੀਂ ਅਗਲੀ ਦਰਗਾਹ ਸਾਡਾ ਰੱਬ ਬੜਾ ਵੱਡਾ ਸਾਨੂੰ ਛੁਡਾ ਹੀ ਲੈਣਾ ਹੈ, ਸਾਡਾ ਪੀਰ ਬੜਾ ਵੱਡਾ ਸਾਨੂੰ ਛੁਡਾ ਹੀ ਲੈਣਾ ਹੈ। ਮਹਾਰਾਜ ਕਹਿੰਦੇ ਕਿਸੇ ਨੇ ਨਹੀਂ ਛਡਾਉਣਾ, ਤੇਰੇ ਕੰਮਾਂ ਨੇ ਛਡਾਉਣਾ। ਆਖੋ ਸਤਿਨਾਮ ਸ਼੍ਰੀ। ਤੇਰੇ ਕਰਮਾਂ ਨੇ ਛਡਾਉਣਾ ਹੈ, ਬਾਕੀ ਤੇਰੀਆਂ ਸਾਰੀਆਂ ਗੱਲਾਂ ਝੂਠ ਹੀ ਨੇ ਤੇ ਤੂੰ ਝੂਠਾ ਹੋ ਕੇ ਝੂਠ ਆਪਣੇ ਜੀਵਨ 'ਚ ਪੱਲੇ ਪਾ ਕੇ ਅੱਗੇ ਲੈ ਕੇ ਜਾਏਗਾ। ਜੇ ਝੂਠਾ ਬਣ ਕੇ ਅਗਲੀ ਦਰਗਾਹ 'ਚ ਗਿਆ ਤੇ ਕਿਸੇ ਨੇ ਤੇਰੀ ਹਾਮੀ ਨਹੀਂ ਭਰਨੀ, ਕਿਉਂਕਿ ਝੂਠੇ ਬੰਦੇ ਦੀ ਕੋਈ ਹਾਮੀ ਨਹੀਂ ਭਰਦਾ। ਆਖੋ ਸਤਿਨਾਮ ਸ਼੍ਰੀ। ਸੱਚਾ ਬੰਦਾ ਕਦੇ ਝੂਠੇ ਬੰਦੇ ਦੀ ਹਾਮੀ ਨਹੀਂ ਭਰੇਗਾ। ਇਸ ਕਰਕੇ ਮਹਾਰਾਜ ਕਹਿੰਦੇ ਪਰਾਇਆ ਹੱਕ ਨਹੀਂ ਖਾਣਾ, ਮਰ ਜਾਣਾ ਹੈ। ਆਖੋ ਸਤਿਨਾਮ ਸ਼੍ਰੀ। ਕਿਸੇ ਦਾ ਬੇਈਮਾਨੀ ਦਾ ਪੈਸਾ ਨਹੀਂ ਖਾਣਾ, ਬੇਈਮਾਨੀ ਕਿਸੇ ਪ੍ਰਕਾਰ ਦੀ ਵੀ ਹੋਵੇ ਨਹੀਂ ਕਰਨੀ, ਨਾ ਧੋਖਾ ਦੇਣਾ ਕਿਸੇ ਨੂੰ। ਤਾਂ ਸਤਿਗੁਰੂ ਜੀ ਇਹ ਸਾਨੂੰ ਸਮਝਾ ਰਿਹਾ। ਆਪਾਂ ਨੇ ਅੱਜ ਸਿਰਫ 2 ਸ਼ਲੋਕਾਂ ਦੀ ਵਿਚਾਰ ਕੀਤੀ ਹੈ, ਅੱਗੇ ਹੋਰ ਸ਼ਲੋਕ ਨੇ ਪੌੜੀ, ਉਹ ਆਪਾਂ ਕੱਲ ਨੂੰ ਵਿਚਾਰਾਂਗੇ। ਤਾਂ ਇਹ ਸ਼ਬਦ ਥੋੜ੍ਹੀ ਜਿਹੀ ਵਿਆਖਿਆ ਮੰਗਦੇ ਆ, ਕਿਉਂਕਿ ਇਹਦੇ 'ਚ ਮਹਾਰਾਜ ਜੀ ਨੇ ਗੁਣ ਦੱਸੇ ਆ ਤੇ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ। ਧਰਮ ਕੀ ਹੈ? ਰੱਬੀ ਪ੍ਰੇਮ ਨੂੰ, ਰੱਬੀ ਸਿਦਕ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ, ਰਹਿਤ ਮਰਿਆਦਾ ਨੂੰ ਧਾਰਨ ਕਰਨਾ। ਜਾਂ ਮੈਂ ਸੌਖੇ ਜਿਹੇ ਸ਼ਬਦਾਂ 'ਚ ਕਹਿ ਦੇਵਾਂ ਕਿ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਜਪਣਾ, ਉਹਦੇ 'ਤੇ ਭਰੋਸਾ ਕਰਨਾ ਤੇ ਜੋ ਸਾਡੀ ਰਹਿਤ ਮਰਿਆਦਾ ਹੈ ਉਹਨੂੰ ਆਪਣੇ ਜੀਵਨ ਵਿੱਚ ਦ੍ਰਿੜ ਕਰਕੇ ਰੱਖਣਾ, ਇਹੀ ਧਰਮ ਹੈ, ਹੋਰ ਕੋਈ ਦੂਜਾ ਧਰਮ ਨਹੀਂ ਹੈ। ਆਖੋ ਸਤਿਨਾਮ ਸ਼੍ਰੀ। ਉਹਨੂੰ ਕਮਾਉਣਾ ਪੈਣਾ ਸਿੱਖੋ, ਕਮਾਏ ਤੋਂ ਬਗੈਰ ਛੁਟਕਾਰਾ ਨਹੀਂ ਹੈ। ਜੇ ਬਾਬਾ ਨਾਨਕ ਇੱਕ ਮੁਸਲਮਾਨ ਨੂੰ ਇਹ ਗੱਲ ਕਹਿ ਸਕਦਾ ਹੈ ਨਾ, ਤੇ ਮੁਸਲਮਾਨ ਵੀ ਇੱਕ ਇਨਸਾਨ ਹੈ, ਕਿਉਂਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜੇ ਗੁਰੂ ਨਾਨਕ ਉਹਨਾਂ ਨੂੰ ਕਹਿ ਸਕਦਾ ਹੈ ਤੇ ਅਸੀਂ ਵੀ ਰੱਬ ਦੇ ਬੰਦੇ ਹਾਂ, ਉਹਨਾਂ ਵਾਸਤੇ ਸਭ ਇੱਕੋ ਜਿਹੇ ਹੀ ਨੇ। ਇਹ ਨਹੀਂ ਕਿ ਮੁਸਲਮਾਨ ਵੱਖਰਾ ਤੇ ਹਿੰਦੂ ਵੱਖਰਾ ਤੇ ਸਿੱਖ ਵੱਖਰਾ। ਭਾਵੇਂ ਕੋਈ ਹਿੰਦੂ ਹੋਵੇ, ਮੁਸਲਮਾਨ ਹੋਵੇ, ਸੱਚ ਕਮਾਏ, ਸੱਚ ਦੇ ਰਾਹ ਤੇ ਤੁਰੇ, ਗੁਰੂ ਨਾਨਕ ਉਹਦੀ ਹਾਮੀ ਭਰੇਗਾ। ਉਹ ਮੁਸਲਮਾਨ ਦੀ ਵੀ ਹਾਮੀ ਗੁਰੂ ਨਾਨਕ ਭਰੇਗਾ, ਹਿੰਦੂ ਦੀ ਵੀ ਹਾਮੀ ਗੁਰੂ ਨਾਨਕ ਭਰੇਗਾ, ਈਸਾਈ ਦੀ ਵੀ ਹਾਮੀ ਗੁਰੂ ਨਾਨਕ ਭਰੇਗਾ। ਜਿਹੜਾ ਸੱਚ ਦੇ ਰਾਹ ਤੇ ਤੁਰੇਗਾ, ਸੱਚ ਨੂੰ ਕਮਾਏਗਾ, ਰੱਬ ਨੂੰ ਮੰਨੇਗਾ, ਰੱਬ ਦਾ ਨਾਮ ਜਪੇਗਾ, ਸ਼ੁਭ ਗੁਣਾਂ ਨੂੰ ਜੀਵਨ 'ਚ ਧਾਰਨ ਕਰੇਗਾ, ਉਹਦੀ ਗੁਰੂ ਨਾਨਕ ਹਾਮੀ ਭਰੇਗਾ। ਤੇ ਜੇ ਕੋਈ ਆਪਣੇ ਆਪ ਨੂੰ ਗੁਰੂ ਨਾਨਕ ਦਾ ਸਿੱਖ ਵੀ ਕਹਿ ਰਿਹਾ ਤੇ ਗੁਰੂ ਨਾਨਕ ਦੀ ਗੱਲ ਨਹੀਂ ਨਾ ਮੰਨ ਰਿਹਾ, ਗੁਰੂ ਨਾਨਕ ਨੇ ਉਹਦੀ ਹਾਮੀ ਕੋਈ ਨਹੀਂ ਜੇ ਭਰਨੀ। ਆਖੋ ਸਤਿਨਾਮ ਸ਼੍ਰੀ। ਹਾਮੀ ਉਹਦੀ ਹੋਈ ਭਰੀ ਜਾਣੀ ਹੈ ਜਿਹੜਾ ਸਤਿਗੁਰੂ ਜੀ ਦੇ ਬਚਨ ਮੰਨੇਗਾ। ਤਾਂ ਸਤਿਗੁਰੂ ਜੀ ਦੇ ਅੱਗੇ ਝੁਕੀਏ, ਅਰਦਾਸ ਕਰੀਏ ਕਿ ਮਹਾਰਾਜ ਸਾਨੂੰ ਵੀ ਸੱਚ ਕਮਾਉਣ ਦੀ ਦਾਤ ਬਖਸ਼ੋ। ਤਾਂ ਗੁਰੂ ਸਾਹਿਬ ਜੀ ਸੱਚ ਕਮਾਉਣ ਦੀ ਦਾਤ ਬਖਸ਼ ਦਿੰਦੇ ਨੇ। ਸੋ ਇੰਨੀ ਹੀ ਸੇਵਾ ਪ੍ਰਵਾਨ ਕਰਨੀ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।